ਰਾਤੀ ਰੁਤੀ ਥਿਤੀ ਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਜੋ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਪਜੀ ਸਾਹਿਬ ਵਿੱਚ 33 ਪੌੜੀਆਂ ਪਿੱਛੇ ਹੋ ਚੁੱਕੀਆਂ ਹਨ। 34ਵੀਂ ਪੌੜੀ ਹੈ, ਜਿਸ ਪ੍ਰਕਾਰ ਸਿੱਧਾਂ ਨੇ ਗਰੀਬ ਨਿਵਾਜ ਸਤਿਗੁਰੂ ਨੂੰ ਪ੍ਰਸ਼ਨ ਕੀਤਾ, ਜੀ ਵੇਦਾਂ ਦੇ ਵਿੱਚ ਕਰਮ, ਉਪਾਸਨਾ, ਗਿਆਨ, ਇਹ 3 ਕਾਂਡ ਹਨ, ਤੇ ਤੁਸੀਂ ਕਿਰਪਾ ਕਰਕੇ ਦੱਸੋ ਵੀ ਤੁਹਾਡੇ ਮਤ ਵਿੱਚ ਇਹਨਾਂ 3 ਦਾ ਵਰਣਨ ਕਿਵੇਂ ਹੈ, ਤੁਸੀਂ ਇਹਦੀ ਵਿਆਖਿਆ ਕਰੋ। ਤੇ ਗੁਰੂ ਸਾਹਿਬ ਜੀ ਨੇ ਫਿਰ ਉੱਤਰ ਦੇ ਵਿੱਚ ਕਹਿੰਦੇ, ਸਿੱਧੋ ਵੇਦਾਂ ਦੇ ਵਿੱਚ ਤਾਂ 3 ਦਾ ਹੀ ਜ਼ਿਕਰ ਹੈ। 80,000 ਸ਼ਲੋਕ ਕਰਮ ਕਾਂਡ ਦਾ ਹੈ, 16,000 ਉਪਾਸਨਾ ਕਾਂਡ ਦਾ ਹੈ, 4,000 ਗਿਆਨ ਕਾਂਡ ਦਾ। 3 ਕਾਂਡ ਨੇ। ਕਹਿੰਦੇ ਵੇਦਾਂ ਵਿੱਚ ਤਾਂ ਹੈ ਇਸ ਤਰ੍ਹਾਂ, ਉਹਦੇ ਵਿੱਚ ਕਰਮ ਕਾਂਡ ਵੀ ਅਜਿਹੀ ਕਿਸਮ ਦਾ ਹੈ ਜਿਹਦਾ ਕੋਈ ਬਹੁਤਾ ਲਾਭ ਨਹੀਂ। ਉਪਾਸਨਾ ਵੀ ਕਿਰਤਮ ਉਪਾਸਨਾ ਬਹੁਤੀ ਹੈ, 4,000 ਸ਼ਲੋਕ ਹੈ, ਤੇ ਜਿਹਦੇ ਤਤਵ ਗਿਆਨ ਹੈ। ਉਹਦੇ ਵਿੱਚ ਵੀ ਇੱਕ ਮਹਾਵਾਕ ਦੇ 1,000 ਰੂਪ ਸੂਤਰ ਕਰਕੇ ਹੈ। ਕਹਿੰਦੇ ਪਰ ਸਿੱਧੋ ਸਾਡੇ ਖਿਆਲਾਂ ਦੇ ਵਿੱਚ ਤੁਸੀਂ 3 ਦੀ ਗੱਲ ਕਰਦੇ ਹੋ, ਵੀ ਵੇਦਾਂ 'ਚ ਲਿਖਿਆ ਅਸੀਂ 5 ਅਵਸਥਾ ਕਥਨ ਕਰਾਂਗੇ 3 ਦੇ ਥਾਂ ਤੇ। ਇਸ ਕਰਕੇ ਦੂਸਰੀ ਬਾਤ ਹੈ ਕਿ ਤੀਜੀ ਜਿਹੜੀ ਭੂਮਿਕਾ ਤਨੂ ਮਾਨਸਾ, ਤਨੂ ਨਾਮ ਅੰਤਿਸ਼ ਕਰਨ ਦਾ, ਮਾਨਸਾ ਬਾਸ਼ਨਾਵਾਂ ਖਿਆਲ ਜਿਹੜੇ ਅੰਤਿਸ਼ ਕਰਨ ਦੇ ਨੇ ਉਹਨਾਂ ਦਾ ਕਾਬੂ ਹੋ ਜਾਣਾ, ਇਹ ਤਨੂ ਮਾਨਸਾ ਨਿਧਿਆਸਨ ਰੂਪ ਹੈ। ਇਹ ਅਵਸਥਾ 3 ਚੀਜ਼ਾਂ ਪਿੱਛੇ ਬਰਾਬਰ ਚਲੀਆਂ ਜਾਣ, ਸਰਵਣ, ਮੰਨਣ ਤੇ ਨਿਧਿਆਸਨ। ਸੁਵਿਛਾ ਪਹਿਲੀ ਭੂਮਿਕਾ ਗਿਆਨ ਦੀ, ਜੋ ਸਰਵਣ ਰੂਪ ਹੈ। ਵਿਚਾਰਨਾ, ਸੋ ਵਿਚਾਰਨਾ ਜਿਹੜੀ ਦੂਸਰੀ ਅਵਸਥਾ ਹੈ ਗਿਆਨ ਦੀ। 7 ਭੂਮਿਕਾ ਜਿਹੜੀਆਂ ਹਨ, ਦੂਜੀ ਭੂਮਿਕਾ ਸੀ ਗਿਆਨ ਦੀ, ਤੇ ਉਹ ਮੰਨਣ ਰੂਪ ਹੈ, ਸਰਵਣ ਮੰਨਣ। ਤੀਸਰੀ ਤਨੂ ਮਾਨਸਾ ਹੈ, ਇਹ ਗਿਆਨ ਦੀ ਤੀਸਰੀ ਭੂਮਿਕਾ ਹੈ। ਇਹ ਨਿਧਿਆਸਨ ਰੂਪ ਹੈ। ਨਿਧਿਆਸਨ ਧਿਆਨ ਦੀ ਪਰਿਪੱਕ ਅਵਸਥਾ। ਇੱਕ ਗਿਆਨ ਸੁਣਿਆ ਸੀ, ਦੂਸਰਾ ਮੰਨ ਲਿਆ ਸੀ ਵੀ ਠੀਕ ਹੈ, ਤੀਸਰਾ ਜਿਹੜਾ ਫਿਰ ਉਹਦੇ 'ਚ ਪਰਿਪੱਕ ਹੋ ਗਏ। ਪਰਿਪੱਕ ਅਵਸਥਾ ਨੂੰ ਨਿਧਿਆਸਨ ਕਹਿੰਦੇ ਹੈ। ਕਹਿੰਦੇ ਇੱਕ ਤਾਂ ਜਿਹੜੀ ਲੜੀ ਚਲੀ ਆ ਰਹੀ ਹੈ 7 ਭੂਮਿਕਾ ਦੀ, ਤੀਸਰੀ ਭੂਮਿਕਾ ਕਹਿੰਦੇ ਉਹ ਲੜੀ ਮਹਾਰਾਜ ਕਹਿੰਦੇ ਅਸੀਂ ਦੱਸਾਂਗੇ ਸਿੱਧਾਂ ਨੂੰ। ਤੇ ਇਹਦੇ ਨਾਲ ਹੀ ਧਰਮਖੰਡ ਜੋ ਸਤਸੰਗੀ ਦੀ ਅਵਸਥਾ ਹੈ, ਤੇ ਉਹਦੇ 'ਚ ਕਰਮਕਾਂਡ ਦਾ ਵੀ ਜ਼ਿਕਰ ਆ ਗਿਆ, ਉਹ ਵੀ ਕਥਨ ਕਰਾਂਗੇ ਵੀ ਤੁਸੀਂ ਸਿੱਧੋ ਧਿਆਨ ਦੇ ਨਾਲ ਸਰਵਣ ਕਰੋ। ਤੇ ਮਹਾਰਾਜ ਸਾਹਿਬ ਜੀ ਨੇ ਇੱਥੇ ਫਿਰ ਪਹਿਲੀ ਜਿਹੜੀ ਤੁਕ ਹੈ ਉਹ 99 ਰੀਤ ਅਨੁਸਾਰ ਹੈ। ਇਹਦਾ ਅਰਥ ਤੀਸਰੀ ਤੁਕ ਤੋਂ ਸ਼ੁਰੂ ਹੋਏਗਾ। तो जिस प्रकार विचार आ रही है वो आप मन वृत्तियां एकाग्र करके सुनो जी। श्री वाहिगुरु जी राती रुती स्थिति वार। इत्थों ये शब्द शुरू हुंदा है ते अर्थ नहीं इत्थों शुरू होएगा। अज अर्थ होएगा तिस विच तीसरी तुक बोले तिस विच धरती थाप तिस विच धरती थाप रखी धर्मसाल। इहनूं अनवे कहंदे ने। अर्थ की लड़ी जोड़न वास्ते पिछलियां तुकां दा पहला अर्थ कर लेना, मुरलियां तुकां नूं पिछे करके अर्थ कर लेना। तिस इशारा है उस आकाश ते पताल विच विचकार उहदे दोनां दे धरती थाप स्थित करके रखी हुई है वाहिगुरू ने। धरती विच धर्मसाल, धर्म दा
ਆਲ ਆਲਾ ਘਰ ਧਰਮ ਜਮਾ ਸਾਲ ਧਰਮ ਆਹ ਸਾਲ। ਧਰਮ ਦੀ ਸਾਲ ਜਗ੍ਹਾ ਜੋ ਭਾਰਤ ਖੰਡ ਹੈ, ਇਹ ਸਾਰੀ ਧਰਤੀ ਰਸੋਈ ਦੀ ਨਿਆਈ ਹੈ। ਜਿੱਡਾ ਮਰਜੀ ਮਕਾਨ ਸੁੰਦਰ ਬਣਿਆ ਹੋਵੇ, ਖਾਣਾ ਤਾਂ ਰਸੋਈ 'ਚ ਮਿਲਦਾ ਹੈ। ਤ੍ਰਿਪਤੀ ਉੱਥੇ ਹੋਏਗੀ, ਰਸੋਈ ਭਾਵੇਂ ਬਹੁਤੀ ਵੱਡੀ ਨਾ ਹੋਵੇ। ਤੋ ਇਸ ਕਰਕੇ ਵੀ ਜਿਹੜੀ ਭਾਰਤ ਖੰਡ ਦੀ ਭੂਮੀ ਹੈ, ਇਹ ਰਸੋਈ ਦੀ ਨਿਆਈ ਮੰਨੀ ਗਈ ਹੈ। ਕਰਮ ਕਰਨੇ ਦਾ ਬਹੁਤਾ ਪਵਿੱਤਰ ਸਥਾਨ ਹੈ। ਇੱਥੇ ਕੀਤੇ ਹੋਏ ਪੁੰਨ ਕਰਮ ਦਾ ਫਲ ਜੀਵ ਦੂਸਰੇ ਖੰਡਾਂ ਵਿੱਚ ਜਾ ਕੇ ਭੋਗਦਾ ਹੈ। ਹੋਰਨਾਂ ਖੰਡਾਂ ਵਿੱਚ ਇਹੋ ਜੀਆਂ ਧਰਮ ਕਮਾਉਣ ਦੀਆਂ ਇਹ ਸਹੂਲਤਾਂ ਨਹੀਂ। ਹੋਰਨਾਂ ਖੰਡਾਂ 'ਚ ਲੋਕ ਕਰਮ ਤਾਂ ਕਰਦੇ ਨੇ ਘੱਟ, ਐਸ ਪ੍ਰਤੀ ਜ਼ਿਆਦਾ ਕਰਦੇ ਨੇ। ਉਹਨਾਂ ਮੁਲਕਾਂ 'ਚ ਖਾਣਾ ਪੀਣਾ ਭੋਗਣਾ ਮੁੱਖ ਰੱਖਿਆ ਹੋਇਆ ਹੈ। ਉਹ ਭੋਗ ਭੂਮੀ ਤਾਂ ਹੈ, ਕਰਮ ਭੂਮੀ ਨਹੀਂ ਹੈ। ਜਿੱਥੇ ਅਸੀਂ ਰਹਿ ਰਹੇ ਹਾਂ ਇਹ ਕਰਮ ਭੂਮੀ ਹੈ, ਇੱਥੇ ਕਰਮ ਤਿਆਰ ਕੀਤਾ ਜਾਂਦਾ ਹੈ। ਤੇ ਜਦੋਂ ਮਹਾਰਾਜ ਸਾਹਿਬ ਨੇ ਕਿਹਾ ਵੀ ਇਹ ਕਰਮ ਭੂਮੀ ਹੈ ਭਾਰਤ ਵਰਸ਼ ਜਿਹੜਾ, ਫਿਰ ਸਿੱਧ ਪੁੱਛਦੇ ਨਹੀਂ ਕਰਮ ਕਰਨ ਦਾ ਸਮਾਂ ਦੱਸੋ ਕੀ ਹੈ, ਕਰਮ ਕਿਸ ਸਮੇਂ ਕੀਤੇ ਜਾਂਦੇ ਨੇ, ਇਹ ਕਰਮ ਕਰਨ ਵਾਲਿਆਂ ਦੀ ਦੱਸੋ ਵੀ ਕੌਣ ਕੀ ਕਰਦਾ ਹੈ, ਕਦੋਂ ਕਦੋਂ ਕਰਦਾ ਹੈ। ਟਿੱਡ ਵਿੰਗੇ ਦੇ ਪ੍ਰਸ਼ਨ ਸਿੱਧਾਂ ਦੇ। ਮਹਾਰਾਜ ਸਾਹਿਬ ਜੀ ਕਹਿੰਦੇ ਸੁਣੋ, ਹੁਣ ਪੌੜੀ ਦੇ ਸ਼ੁਰੂ ਤੋਂ ਹੋਣਗੇ ਰਾਤੀ ਰੋਤੀ। ਚਲੋ ਜੀ। ਰਾਤੀ ਰੁੱਤੇ ਸਿੱਤੇ ਵਾਰ। ਕਹਿੰਦੇ ਸਿੱਧੋ ਕਈ ਕਰਮ ਕਿਸੇ ਰੁੱਤ ਨੂੰ ਵਿਸ਼ੇਸ਼ ਮੁੱਖ ਰੱਖ ਕੇ ਕੀਤੇ ਜਾਂਦੇ ਨੇ। ਇਹ ਆਮ ਲੋਕਾਂ ਦੀ ਗੱਲ ਕਰਦੇ ਆ, ਗੁਰਮਤਿ ਦੀ ਗੱਲ ਪਿੱਛੋਂ ਕਰਨਗੇ। ਕਈ ਥਿੱਤਾਂ ਤੇ ਵਾਰਾਂ ਨੂੰ ਕਾਰਜ ਕਰਦੇ ਆ, ਤੇ ਕਈ ਕਰਮ ਰਾਤੀ ਰਾਤਾਂ ਨੂੰ ਕਰਦੇ ਆ। ਕਈ ਕਰਮਕਾਂਡੀ ਜਿਹੜੇ ਨੇ ਚੰਦਰ ਗ੍ਰਹਿਣ ਉਹਦੀ ਰਾਤ ਨੂੰ ਵਿਸ਼ੇਸ਼ ਕਰਕੇ ਦਾਨ ਪੁੰਨ ਕਰਦੇ ਆ ਵੀ ਅੱਜ ਗ੍ਰਹਿਣ ਲੱਗਣਾ ਹੈ। ਤਾਂਤਰਿਕ ਵਿਦਿਆ ਵਾਲੇ ਜੰਤਰ ਮੰਤਰ ਸਿੱਧ ਕਰਨ ਵਾਸਤੇ ਉਹ ਵੀ ਰਾਤ ਨੂੰ ਕਰਦੇ ਆ। ਮੁਸਲਮਾਨ ਫਕੀਰ ਰਾਤਾਂ ਨੂੰ ਜਾ ਕੇ ਬੜੀਆਂ ਦੁਆਵਾਂ ਕਰਦੇ ਨੇ, ਮਿਹਨਤਾਂ ਮੁਸ਼ੱਕਤਾਂ ਕਰਦੇ ਨੇ, ਬੜੀਆਂ ਮਿਹਨਤਾਂ ਮੁਸ਼ੱਕਤਾਂ ਕਰਦੇ ਆ। ਕਈ ਸੰਤ ਭਗਤ ਗੁਰਸਿੱਖ ਵੀ ਰਾਤਾਂ ਨੂੰ ਭਜਨ ਸਿਮਰਨ ਕਰਦੇ। ਇਹ ਸਮੁੱਚੇ ਰੂਪ ਦੇ ਸਾਰੀਆਂ ਗੱਲਾਂ ਗਿਣੀਆਂ ਮਹਾਰਾਜ ਨੇ। ਤੇ ਇਸ ਕਰਕੇ ਇਸੇ ਨਾਲ ਸੰਬੰਧਿਤ ਕੁਝ ਇਸ ਤਰ੍ਹਾਂ ਦੇ ਪ੍ਰਮਾਣ ਗੁਰਬਾਣੀ ਚੋਂ ਮਿਲਦੀ ਹੈ। ਪਹਿਲੇ ਪਹਿਰੇ ਫੁੱਲੜਾ ਫਲਪੀ ਪੱਛਾ ਰਾਤ, ਜੋ ਜਾਗਨ ਲਹੰਸੇ ਸਾਈਂ ਕੰਨੋਂ ਧਾਤ। ਫਰੀਦਾ ਪਿਛਲ ਰਾਤ ਨਾ ਜਾਗੇ ਓਹੇ, ਜੀਵਿੰਦੜੋ ਮੋਏ ਓਹੇ। ਤੇ ਕਬੀਰ ਸਾਹਿਬ ਨੇ ਕਿ ਕਬੀਰ ਸੁੱਤਾ ਕਿਆ ਕਰ ਹੈ, ਉੱਠ ਕੇ ਨ ਜਪੇ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਂਡ ਪਸਾਰ। ਨੀਂਦ ਹੈ ਜਿਹੜੀ ਦੋ ਤਰ੍ਹਾਂ ਦੀ ਹੈ। ਇੱਕ ਨੀਂਦ ਹੈ ਸਾਡੀ ਦੁਸ਼ਮਣ, ਇੱਕ ਨੀਂਦ ਹੈ ਸਾਡੀ ਮਿੱਤਰ। ਜਿਹੜੇ ਬੰਦੇ ਨੂੰ ਦੁਸ਼ਮਣ ਦੀ ਪਹਿਚਾਣ ਨਾ ਰਹੇ, ਉਹ ਦੁਸ਼ਮਣ ਦੇ ਹੱਥੋਂ ਮਾਰ ਖਾ ਜਾਂਦਾ ਹੈ। ਦੁਸ਼ਮਣ ਤੇ ਇਤਬਾਰ ਕਰਨ ਲੱਗ ਜਵੇ, ਉਹ ਬੰਦਾ ਅੱਜ ਵੀ ਤੇ ਕੱਲ ਵੀ ਨਹੀਂ, ਪਤਾ ਨਹੀਂ ਕਦੋਂ ਮਰ ਜਾਏਗਾ। ਜਿਹੜਾ ਮਿੱਤਰਾਂ ਦੇ ਨਾਲ ਵਿਰੋਧ ਪਾ ਦੇਵੇ, ਉਹ ਬੰਦਾ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦਾ। ਮਿੱਤਰ ਭਲਾ ਕਰਦੇ ਆ। ਜਿਹੜੀ ਦੁਸ਼ਮਣ ਨੀਂਦ ਹੈ ਸਾਡੀ ਤੇ ਮਿੱਤਰ ਨੀਂਦ ਹੈ, ਇਹਨੂੰ ਸਮਝੋ ਕੀ। ਲਗਭਗ ਰਾਤ ਦੇ 9 ਵਜੇ ਜਾਂ 10 ਵਜੇ ਤੋਂ ਲੈ ਕੇ ਜਿਹੜੀ ਸਵੇਰ ਦੇ 3 ਵਜੇ ਤੱਕ ਜਾਂ 4 ਵਜੇ ਤੱਕ ਨੀਂਦ ਹੈ, ਇਹ ਸਾਡੀ ਮਿੱਤਰ ਨੀਂਦ ਹੈ। ਇਸ ਨੇ ਸਰੀਰ ਨੂੰ ਸਾਨੂੰ ਆਰਾਮ ਦੇਣਾ ਹੈ, ਮਿੱਤਰ ਸੁੱਖ ਦਿੰਦਾ ਹੈ। ਤੇ 8 ਪਹਿਰ ਦੇ ਲਈ ਜਿਹੜੇ ਸਾਡੇ ਥਕਾਨ ਦੇ ਕਾਰਨ ਮਸਲ ਟੁੱਟ ਜਾਂਦੇ ਆ, ਕੰਮ ਕਰਦੇ ਆ, ਉਹ ਫਿਰ ਸਾਰੀ ਰਾਤ ਗੰਢ ਤੁੰਬ ਕਰਦੇ ਹੋਏ ਉਹਨਾਂ ਨੂੰ ਜੋੜ ਕੇ ਬਾਡੀ ਨੂੰ ਅਗਲੇ ਦਿਨ ਲਈ ਤਿਆਰ ਕਰ ਦਿੰਦੀ ਹੈ। ਤੇ ਜਿਹੜੀ ਨੀਂਦ ਸਵੇਰੇ 3 ਔਰ 4 ਵਜੇ ਤੋਂ ਲੈ ਕੇ 6, 7, 8 ਵਜੇ ਤੱਕ, ਇਹ ਨੀਂਦ ਦੁਸ਼ਮਣ ਹੈ। ਜਿਹੜਾ ਦੁਸ਼ਮਣ ਦਾ ਸਵਾਗਤ ਕਰੇਗਾ ਉਹ ਮਰੇਗਾ ਮਰੇਗਾ। ਜਿਹੜਾ ਅੰਮ੍ਰਿਤ ਵੇਲੇ ਤੇ ਇਹ ਜਿਹੜੀ ਦੁਸ਼ਮਣ ਹੈ ਇਹਦਾ ਮੁਕਾਬਲਾ ਨਹੀਂ ਕਰਦਾ, ਉੱਠਣਾ ਇਸ਼ਨਾਨ ਕਰਨਾ, ਨੀਂਦ ਆਉਂਦੀ ਹੈ ਛਿੱਟੇ ਮਾਰ ਲੈਣੇ ਪਾਣੀ ਦੇ, ਇਹ ਮੁਕਾਬਲਾ ਕਰਨਾ ਨੀਂਦ ਦਾ। ਸਤਿਗੁਰਾਂ ਦਾ ਹੁਕਮ ਵੀ ਹੈ। ਤੋ ਇਸ ਕਰਕੇ ਭਿੰਨੀ ਰੈਣੜੀਏ ਚਮਕਨ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੈ, ਨਾਮ ਸਿਮਰੈ ਅਨ ਤੈਨੂੰ। ਸੋ ਇਸ ਤਰੀਕੇ ਦੇ ਨਾਲ ਪਹਿਲੇ ਪਹਿਰ ਜਿਹੜਾ
6 ਤੋਂ ਲੈ ਕੇ 9 ਵਜੇ ਤੱਕ ਰਾਤ ਦਾ ਪਹਿਲਾ ਪਹਿਰ ਹੈ। ਇਹਦੇ ਵਿੱਚ ਜਿਹੜਾ ਭਜਨ ਸਿਮਰਨ ਕਰਨਾ ਹੈ, ਇਹ ਪਹਿਰ ਵੀ ਸੰਭਣ ਵਾਲਾ ਹੈ, ਗੱਲਾਂ 'ਚ ਇਹ ਵੀ ਨਹੀਂ ਗਵਾਉਣ ਵਾਲਾ। ਇਹ ਸਮਝ ਲਓ ਵੀ ਫੁੱਲ ਤਿਆਰ ਹੁੰਦਾ ਹੈ, ਫੁੱਲ ਦੇ ਪਿੱਛੇ ਫਲ ਆਉਂਦਾ ਹੈ। ਉਹ ਇੱਕ ਪਹਿਰ 3 ਘੰਟੇ ਭਜਨ ਕਰਦੇ, ਚਾਹੇ ਬਾਣੀ ਪੜ੍ਹੋ, ਨਾਮ ਅਭਿਆਸ ਕਰੋ। ਇਹ ਕਰਦੇ ਕਰਦੇ ਜਦੋਂ ਸੌਂ ਗਏ ਤੇ ਫਿਰ ਅੰਮ੍ਰਿਤ ਵੇਲੇ ਦਾ ਜਿਹੜਾ ਜਾਗਣਾ ਹੈ, 3 ਘੰਟੇ ਜਿਹੜਾ ਉਹ ਭਜਨ ਕਰਨਾ ਹੈ, ਉਹ ਫਿਰ ਫਲ ਰੂਪ ਹੈ। ਫਰੀਦ ਸਾਹਿਬ ਨੇ ਇਸੇ ਕਰਕੇ ਕਿਹਾ ਵੀ ਜਿਹੜਾ ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜਿਹੜਾ ਪਿਛਲੀ ਰਾਤ ਨਹੀਂ ਜਾਗਦਾ ਫਲ ਤੋਂ ਵਾਂਝਾ ਰਹਿ ਗਿਆ। ਜਿਹੜੇ ਪਹਿਲੇ ਪਹਿਰ ਭਜਨ ਨਹੀਂ ਕਰਦਾ, ਫੁੱਲ ਵੀ ਨਹੀਂ ਆਇਆ ਤੇ ਫਲ ਤਾਂ ਕੀ ਹੋਣਾ। ਤੋ ਪਹਿਲਾ ਪਹਿਰ ਰਾਤ ਦਾ ਜਾ ਕੇ ਭਜਨ ਕਰਨਾ, 2 ਪਹਿਰ ਆਰਾਮ ਕਰਨਾ। ਤਾਰੂ ਪੋਪਟ ਸਿੱਖ ਹੋਇਆ ਗੁਰੂ ਨਾਨਕ ਸਾਹਿਬ ਦਾ, ਉਹ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਹਜ਼ੂਰੀ ਵਿੱਚ ਕਰਤਾਰਪੁਰ ਸਾਹਿਬ ਪਹਿਰ ਰਾਤ ਰਹਿੰਦੀ ਤੋਂ ਕੀਰਤਨ ਸ਼ੁਰੂ ਕਰਨਾ। ਇਸ ਤਰੀਕੇ ਦੇ ਨਾਲ ਰਾਤ ਦੇ ਟਾਈਮ ਫਿਰ ਆਰਤੀ ਕਰਕੇ ਪ੍ਰਸਾਦ ਵੰਡਣਾ, ਰਾਤ ਦੇ ਟਾਈਮ ਵੀ ਭਜਨ ਕਰਾਉਣਾ। ਉਹ ਇਸ ਕਰਕੇ ਕਰਮ ਜਿਹੜੇ ਰਾਤ ਨੂੰ ਵੀ ਕੀਤੇ ਜਾਂਦੇ ਆ, ਇਹ ਹੈ ਗੁਰਮਤਿ ਅਨੁਸਾਰ ਕਰਮ ਜਿਹੜਾ ਹੁਣ ਸੁਣਿਆ ਤੁਸੀਂ। ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਰਾਤ ਨੂੰ ਵੀ ਉਡੀਕਣ ਦੀ ਲੋੜ ਨਹੀਂ, ਦਿਨ ਨੂੰ ਵੀ ਉਡੀਕਣ ਦੀ ਲੋੜ ਨਹੀਂ। ਦਿਨ ਰਾਤੀ ਅਰਾਧ ਹੋ ਪਿਆਰੋ, ਨਿਵਖ ਨਾ ਕੀਜੈ ਢੀਲਾ। ਇਹ ਅਵਸਥਾ ਹੋਣੀ ਚਾਹੀਦੀ ਹੈ। ਕਈ ਕਰਮ ਐਸੇ ਨੇ ਜੋ ਰੁੱਤਾਂ ਦੇ ਲਿਹਾਜ਼ ਨਾਲ ਬਹੁਤ ਸਾਰੇ ਸਨਾਤਨ ਮਤ ਵਾਲੇ ਕਰਦੇ ਨੇ, ਜਿਨ੍ਹਾਂ ਨੂੰ ਮੌਸਮੀ ਤਿਉਹਾਰ ਕਹਿੰਦੇ ਨੇ। ਹੋਲੀ ਆ ਗਈ ਜੀ, ਬਸੰਤ ਆ ਗਈ, ਦੀਪਮਾਲਾ ਆ ਗਈ ਆਦਿਕ 6 ਰੁੱਤਾਂ ਨੇ, ਜਿਹਦੇ 'ਚ ਚੇਤ ਵਿਸਾਖ ਬਸੰਤ ਰੁੱਤ ਹੈ, ਜੇਠ ਹਾੜ ਗਰੀਖਮ ਰੁੱਤ ਹੈ, ਸਾਵਣ ਭਾਦਰੋਂ ਇਹ ਪਾਵਸ ਰੁੱਤ ਹੈ, ਅੱਸੂ ਕੱਤਾ ਸਰਦ ਰੁੱਤ ਹੈ, ਮੱਘਰ ਪੋ ਕਿਉਂਕਿ 2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ ਨਾ, ਤੇ ਇਹਨੂੰ ਹਿਮਕਰ ਰੁੱਤ ਕਿਹਾ ਹੈ। ਮਾਘ ਫਗਣ ਸੀਸੀਆ ਰੁੱਤ ਹੈ। ਤੇ ਕਈ ਥਿੱਤਾਂ ਨੂੰ ਕਰਮ ਕਰਦੇ ਹੈ, ਕੋਈ ਏਕਮ ਨੂੰ, ਦੂਜ ਨੂੰ, ਤੀਜ ਨੂੰ, ਕੋਈ ਚੌਥ ਦੇ ਵਰਤ ਰੱਖਦੇ ਹੈ। ਹਿੰਦੂ ਮਤ ਵਿੱਚ ਬੜੀਆਂ ਨਵਾਂ ਕੰਮ ਆਰੰਭ ਕਰਨਾ ਹੈ, ਪਹਿਲਾਂ ਥਿੱਤਾਂ ਦੀ ਵਿਚਾਰ ਬ੍ਰਾਹਮਣ ਨੇ ਕਰਨੀ, ਥਿੱਤਾਂ ਨੂੰ ਕੰਮ ਆਰੰਭ ਕਰਦੇ ਹੈ ਵੀ ਇਹਦਾ ਲਾਭ ਪ੍ਰਾਪਤ ਹੋਊਗਾ। ਕ੍ਰਿਸ਼ਨ ਜਨਮ ਅਸ਼ਟਮੀ, ਰਾਮ ਨੌਮੀ, ਦਸਵੀਂ, 52 ਦਵਾਸੀ, ਨਰਸਿੰਘ 14, ਇਹ ਸਨਾਤਨ ਮਤ ਵਿੱਚ ਕੁਝ ਐਸੀਆਂ ਥਿੱਤਾਂ 12 ਦੀਆਂ ਗੱਲਾਂ ਨੇ। ਕਈ ਛਿਲੇ ਕੱਢਣ ਵਾਲੇ ਉਹ ਵੀ ਮਾੜੀ ਜਾਂ ਚੰਗੀ ਥਿੱਤ ਦਾ ਵਿਚਾਰ ਕਰਦੇ ਆ ਵੀ ਫਲਾਣੇ ਟਾਈਮ ਤੇ ਕੁਝ ਗ੍ਰੰਥਾਂ ਦੇ ਵਿੱਚ ਵੀ ਵਿਦਿਆ ਪੜ੍ਹਨੀ ਕਦੋਂ ਆਰੰਭ ਕਰਨੀ ਹੈ, ਕਿਹੜੇ ਦਿਨਾਂ 'ਚ ਨਹੀਂ ਕਰਨੀ। ਬੀਚ ਅਸ਼ਟਮੀ ਬੀਚ ਗੁਰ ਅਸ਼ਟ ਖਸ਼ਟਮੇ ਸਿੱਖ, ਪੰਚਦਸੀ ਗੁਰਸਿੱਖ ਮੇਰਾ ਏਕਲ ਪਾਠ ਅਸਿੱਖ। ਇਹ ਸਾਰ ਕਿਤਾਬਲੀ ਵਾਲੇ ਪੰਡਤ ਹਰਦਿਆਲ ਜੀ ਨੇ ਵੀ ਐਸਾ ਕਿਹਾ ਹੈ। ਬਾਰ ਕਈ 7-12 ਵਿੱਚ ਵਿਚਾਰ ਕਰਦੇ ਵੀ ਐਤਵਾਰ, ਸੋਮਵਾਰ, ਬੁੱਧਵਾਰ ਵੀ ਆਹ ਕਰਮ ਇਹਨੂੰ ਆਰੰਭ ਕਰਨਾ ਹੈ। ਬੁੱਧਵਾਰ ਨੂੰ 7-12 ਦੇ ਵਿੱਚ ਪੁਰਬ ਮੰਨਦੇ ਹੈ ਇਸ ਦਿਨ ਦੇ ਵਿੱਚ। ਪਰ ਗੁਰਮਤਿ ਅਨੁਸਾਰ ਕੀ ਹੈ, ਇਹ ਹੁਣ ਸਮੁੱਚੇ ਰੂਪ 'ਚ ਸਿੱਧਾ ਨੂੰ ਦੱਸੀ ਗੱਲ ਹੈ। ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਸਾਰੁੱਤ ਸੁਹਾਵੀ ਜਾਂ ਉਹ ਰੁੱਤ ਸੋਭਨੀਕ ਹੈ ਜਿੱਥੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕੀਤੀ ਜਾਵੇ। ਇਹ ਸਾਰੇ ਦਿਨ ਦਿਹਾੜੇ ਗੁਰੂ ਕਿਰਪਾ ਦੁਆਰਾ ਸੋਭਨੀਕ ਹੁੰਦੇ ਆ। ਇਸ ਕਰਕੇ ਅਗਲੀ ਤੁਕ ਵਿੱਚ ਹੋਰ ਕਥਨ ਕਰਦੇ ਹਨ ਜੇ ਪਵਨ ਪਾਣੀ ਅਗਨੀ ਪਾਤਾਲ। ਪਵਨ ਨਾਮ ਹੈ ਹਵਾ ਦਾ। ਕਈ ਪੌਣ ਆ ਰਹੀ ਹੋ ਕੇ ਵੀ ਰੋਟੀ ਨਹੀਂ ਖਾਣੀ ਜੀ, ਪੌਣ ਦਾ ਹੀ ਆਹਾਰ ਕਰਨਾ ਹੈ, ਤੇ ਉਹਨਾਂ ਚਿਰ ਫਿਰ ਅੰਨ ਪਾਣੀ ਦਾ ਸੇਵਨ ਛੱਡ ਕੇ, ਜਾਂ ਕਈ ਪੌਣ ਦਾ ਰੁਖ ਵੇਖਦੇ ਆ ਕਿ ਕਿਹੜੇ ਪਾਸੇ ਦੀ ਪੌਣ ਆਉਂਦੀ ਹੈ ਉਹਦੇ ਪਾਸੇ ਨੂੰ ਮੂੰਹ ਕਰਕੇ ਬੈਠਣਾ। ਇਹ ਕਈਆਂ ਦੇ ਅਭਿਆਸੀਆਂ ਦੇ 'ਚ ਭਰਮ ਹੈ ਵੀ ਇਹ ਚੰਗਾ ਹੁੰਦਾ, ਐਸਾ ਮੰਨਦੇ ਪਵਨ। ਕਈ ਪੌਣ ਨੂੰ 10 ਦੁਆਰ ਵਿੱਚ ਟਿਕਾ ਕੇ ਯੋਗ ਅਭਿਆਸ ਕਰਮ ਕਰਦੇ, ਉਹ ਵੀ ਤਾਂ ਕਰਮ ਹੈ ਯੋਗ ਅਭਿਆਸ ਕਰਨਾ। ਪਾਣੀ ਕਈ ਤਾਂ ਸੁਸਤੀ ਮੇਟਣ ਵਾਸਤੇ ਗਲ ਥਾਈਂ ਪਾਣੀ ਵਿੱਚ ਖੜਦੇ ਵੀ ਨੀਂਦ ਨਹੀਂ ਆਊਗੀ, ਜਪ ਤਪ ਕਰਦੇ ਆ, ਸਿਮਰਨ ਕਰਦੇ। ਕਿਸੇ ਹੱਦ ਤੱਕ ਠੀਕ ਹੈ, ਆਪਾਂ ਕਾਹਨੂੰ ਇਹਦਾ ਖੰਡਨ ਕਰੀਏ ਵੀ ਸੁਸਤੀ ਨਹੀਂ ਪੈਂਦੀ। ਕਈ ਜਲ ਧਾਰੇ ਕਰਦੇ ਆ, ਉਹ ਗੁਰਮਤਿ ਅਨੁਸਾਰ ਨਹੀਂ, ਪਰ ਕਰਦੇ ਆ ਤਾਂ ਸਮੁੱਚੇ ਰੂਪ ਵਿੱਚ ਸਾਰਿਆਂ ਨੂੰ ਉਪਦੇਸ਼ ਹੈ। ਜੰਤਰ ਮੰਤਰ ਕਰਦੇ ਨੇ ਪਖੰਡੀ ਲੋਕ, ਕਾਗਜ਼ਾਂ ਦੇ ਉੱਤੇ ਜੰਤਰ ਲਿਖ ਕੇ ਪਾਣੀ ਵਿੱਚ ਅਖੇ ਰੋੜ ਦਿਓ ਤੁਹਾਡਾ ਭਲਾ ਹੋ ਜਾਊਗਾ। ਕਈ ਤਾਂ ਜੰਤਰ ਰੋੜਦੇ ਰੋੜਦੇ ਆਪ ਹੀ ਰੁੜ ਗਏ। ਕਈਆਂ ਘਟਨਾਵਾਂ ਨੇ ਇਹ, ਇੱਕ ਨਹੀਂ ਹੈ।
ਔਰ ਕਈਆਂ ਦੇ ਪੂਰਾਂ ਦੇ ਪੂਰ ਵੀ ਜੀ ਇਹ ਅਸੀਂ ਮੂਰਤੀ ਤਾਰਨ ਲੱਗੇ ਹਾਂ ਤੇ ਉਹ ਸਾਰੇ ਦੇ ਸਾਰੇ ਡੁੱਬ ਗਏ। ਕਈ ਤੀਰਥਾਂ ਦੇ ਕਿਨਾਰਿਆਂ ਨੂੰ ਪਵਿੱਤਰ ਸਮਝ ਕੇ ਪਾਣੀ ਜਲ ਪੀਣ ਤੇ ਨਹਾਉਣ ਦੀ ਸਹੂਲਤ ਹੋਣ ਕਰਕੇ ਉਹਦੇ ਕਰਕੇ ਪਾਣੀ ਇਹਦਾ ਸੇਵਨ ਇਹਦੇ ਪਾਣੀ ਅਨੁਸਾਰ ਕਰਮ ਕਰਦੇ ਆ। ਅਗਨੀ ਕਈ ਅੱਗ ਦੀਆਂ ਧੂਣੀਆਂ ਪਾਉਂਦੇ ਆ, ਇਹ ਕਰਮ ਕਰਦੇ, ਚਾਰੇ ਪਾਸੇ ਧੂਣੀਆਂ ਲਾ ਲੈਣੀਆਂ, ਵਿਚਾਲੇ ਆ ਬੈਠ ਜਾਣਾ। ਪੰਜਵਾਂ ਜੇਠ ਦੇ ਮਹੀਨੇ, ਆ ਜਿਹੜਾ ਮਹੀਨਾ ਚੱਲ ਰਿਹਾ ਜੇਠ ਦੇ ਮਹੀਨੇ ਦੀ ਧੁੱਪ ਉੱਪਰ ਸੂਰਜ ਜਿਹੜਾ ਉਹਦੀ ਕੱਲੀ ਰੋਸ਼ਨੀ ਨਹੀਂ ਹੈ, ਉਹਦੀ ਤਪਸ਼ ਜਿਹੜੀ ਹੈ ਇਹ ਪੰਜਵੀਂ ਧੂਣੀ ਮੰਨਦੇ ਆ। ਤੇ ਇਸ ਪ੍ਰਕਾਰ ਪੰਜ ਧੂਣੀਆਂ ਤਾਉਂਦੇ ਨੇ, ਇਹ ਵੀ ਕਰਮ ਕਰਦੇ ਨੇ। ਕਈ ਜੱਗ ਤੇ ਅਗਨੀ ਵਿੱਚ ਘੀ ਪਾਉਂਦੇ ਆ ਤੇ ਉਹ ਸਮੱਗਰੀ ਪਾ ਕੇ ਹਵਨ ਕਰਦੇ ਆ, ਆਹੁਤੀਆਂ ਦਿੰਦੇ ਆ, ਇਹ ਵੀ ਕਰਮ ਕਰਦੇ ਨੇ। ਪਾਤਾਲ ਕਈ ਪਤਾਲ ਭਾਵ ਧਰਤੀ ਦੇ ਤਹਿਖਾਨਿਆਂ ਵਿੱਚ ਬਹਿ ਕੇ ਡੂੰਘੀਆਂ ਗੁਫਾ ਵਿੱਚ ਕਰਮ ਕਰਦੇ ਆ ਵੀ ਬਾਹਰ ਕਿਸੇ ਨੂੰ ਪਤਾ ਨਾ ਲੱਗੇ। ਭੋਰਿਆਂ ਵਿੱਚ ਬਹਿ ਕੇ ਕਰਮ ਕਰਦੇ ਨੇ। ਸਾਧੂਆਂ ਦੀਆਂ ਬੇਅੰਤ ਗੁਫਾਵਾਂ ਉਹ ਦੇਖਣ ਵਿੱਚ ਹੁਣ ਵੀ ਆਉਂਦੀਆਂ ਨੇ। ਭੋਰੇ ਹੁਣ ਤੱਕ ਦੇਖਣ ਆਉਂਦੇ, ਸਾਧਕਾਂ ਦੇ ਹੁਣ ਤੱਕ ਇਹ ਸਬੂਤ ਹੈ। ਸਾਡੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 26 ਸਾਲ 9 ਮਹੀਨੇ 13 ਦਿਨ ਦਾ ਬਾਬੇ ਬਕਾਲੇ ਦੇ ਅੰਦਰ ਇਹ ਸਬੂਤ ਹੈ। ਤੋ ਇਸ ਕਰਕੇ ਬਹੁਤ ਸਾਰੇ ਤੇ ਇਉਂ ਫਿਰ ਮਨ ਨੂੰ ਇਕਾਗਰ ਕਰਨ ਵਾਸਤੇ, ਇਕਾਂਤ ਸੇਵਨ ਵਾਸਤੇ ਗੁਫਾ ਵਿੱਚ, ਭੋਰਿਆਂ ਦੇ ਵਿੱਚ ਇਹ ਕਰਮ ਵੀ ਕਰਦੇ। ਇਸ ਪ੍ਰਕਾਰ ਦੇ ਕਰਮ ਪਵਨ, ਪਾਣੀ, ਅਗਨੀ, ਪਾਤਾਲ। ਪਾਤਾਲ ਦੇ ਵਿੱਚੋਂ ਭੋਰਿਆਂ ਦੀ ਗੱਲ ਲੈਣੀ ਜਾਂ ਤਹਿਖਾਨਿਆਂ ਵਿੱਚ ਬੈਠ ਕੇ ਭਜਨ ਕਰਦੇ ਹਨ। ਜਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ। ਤਿਸ, ਇੱਥੇ ਤਿਸ ਦਾ ਉਸ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਦੇ ਹੁਕਮ ਵਿੱਚ ਸੰਸਾਰ ਨੂੰ ਉਹ ਆਪਣੇ ਹੁਕਮ ਵਿੱਚ ਹੀ ਬਣਾਇਆ ਹੈ। ਉਹਦੇ ਹੁਕਮ ਤੋਂ ਬਾਅਦ ਥੋੜੀ ਬਣਿਆ ਸੰਸਾਰ। ਸੰਸਾਰ ਜਿਹੜੀਆਂ ਚੀਜ਼ਾਂ ਪਿੱਛੇ ਦਸੀਆਂ ਨਾ, ਰਾਤਾਂ, ਰੋਤਾਂ, ਥਿੱਤਾਂ, ਵਾਰ, ਪੌਣ, ਪਾਣੀ, ਅਗਨੀ, ਪਾਤਾਲ ਦੱਸਿਆ ਨਾ ਪਿੱਛੇ, ਇਹਨਾਂ ਦੀ ਇਕੱਤਰਤਾ ਵਿੱਚ ਧਰਤੀ ਨੂੰ ਧਰਮ ਦੀ ਸਾਲ ਜਗ੍ਹਾ ਬਣਾ ਕੇ ਟਿਕਾਇਆ ਹੋਇਆ ਹੈ। ਇਸ ਧਰਤੀ ਉੱਤੇ ਸਾਰੇ ਇਲਾਕੇ ਜਿੰਨੇ ਵੀ 9 ਖੰਡਾਂ ਤੇ 7 ਦੀਪਾਂ ਵਿੱਚ ਭਾਰਤ ਖੰਡ ਦੀ ਧਰਤੀ ਨੂੰ ਧਰਮ ਦਾ ਇਹ ਸਥਾਪਨਾ ਕੀਤੀ ਹੈ ਵੀ ਇਹ ਧਰਮ ਦੀ ਜਗ੍ਹਾ ਹੈ। ਧਰਤ ਉਪਾਏ ਧਰੀ ਧਰਮਸ਼ਾਲਾ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਐਸਾ ਕਥਨ ਕੀਤਾ ਹੈ ਜੀ, ਜਿਸ ਵਿੱਚ ਜੀ ਜੁਗਤ ਕੇ ਰੰਗ। ਉਸ ਧਰਤੀ ਖੇਤਰ ਵਿੱਚ ਅਨੇਕਾਂ ਪ੍ਰਕਾਰ ਦੀਆਂ ਜੁਗਤੀਆਂ ਦੇ, ਕੋਈ ਰਾਜਸੀ ਬਿਰਤੀ ਵਾਲਾ, ਕੋਈ ਤਾਮਸੀ ਬਿਰਤੀ ਵਾਲਾ, ਕੋਈ ਸ਼ਾਂਤ ਕੀ ਵੀ, ਤੇ ਕਈ ਰੰਗਾਂ ਵਾਲੇ ਜੀਵ। ਆ ਕਈ ਦੇਖਿਆ ਤੋਤਿਆਂ ਦੇ, ਦੇਖੋ ਖੰਭਾਂ ਦੇ ਕਹੇ ਜਿਹੇ ਰੰਗ ਹੁੰਦੇ ਆ, ਕਾਲੇ, ਪੀਲੇ, ਨੀਲੇ, ਕਈ ਵਾਰੀ ਕਈ ਰੰਗ ਇੱਕ ਜਾਨਵਰ ਦੇ ਦੇਖੇ ਜਾਂਦੇ ਨੇ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਭਾਈ, ਉਹ ਵਾਹਿਗੁਰੂ ਹੈ। ਕੇ ਰੰਗ, ਕਈ ਰੰਗਾਂ ਦੇ, 4 ਖਾਣੀਆਂ ਦੇ, ਭਾਂਤ ਭਾਂਤ ਦੇ ਜੀਵਨ, ਅੰਡੇ ਜਿਹੜੇ ਸੇ ਤੇ ਉਤਪੁਜ, ਜਿਨ੍ਹਾਂ ਦੀਆਂ ਕਿੰਨੀਆਂ ਜੀਵਨ ਜੁਗਤ ਜੁਗਤੀਆਂ ਨੇ ਜਿਉਣ ਦੀਆਂ। ਤੇ ਉਸ ਭਾਰਤ ਵਰਸ਼ ਦੀ ਧਰਤੀ ਤੇ ਖੇਤਰ ਵਿੱਚ ਜਿਹੜੇ ਜੀਵਨ, ਉਹਨਾਂ ਦੇ ਕਰਮ ਅਤੇ ਕਰਮ ਕਰਨ ਦੀਆਂ ਜੁਗਤ ਜੁਗਤੀਆਂ, ਰੰਗ ਢੰਗ ਕੇ ਕਈ ਤਰ੍ਹਾਂ ਦੇ ਨਾ, ਭਾਂਤ ਭਾਂਤ ਦੇ ਨਾ, ਉਹ ਵੱਖ-ਵੱਖ ਜੁਗਤ ਜੁਗਤੀਆਂ ਵਿੱਚ ਰੰਗ ਪ੍ਰੇਮ ਕਰਦੇ ਹੈ। ਕਿਸੇ ਨੂੰ ਕੋਈ ਜੁਗਤੀ ਚੰਗੀ ਲੱਗਦੀ ਹੈ, ਕਿਸੇ ਨੂੰ ਕੋਈ ਜੁਗਤੀ ਚੰਗੀ ਲੱਗਦੀ ਹੈ। ਇਹ ਵੀ ਵੱਖਰੀਆਂ ਵੱਖਰੀਆਂ ਹਨ ਜੇ। ਜਨ ਕੇ ਨਾਮ ਅਨੇਕ ਅਨੰਤ। ਤੇ ਤਿੰਨਾਂ ਜੀਵਾਂ ਦੇ ਉੱਤਮ, ਮੱਧਮ, ਕਨਿਸ਼ਟ, ਇਹ ਆਦ ਅਨੇਕਾਂ ਹਨ। ਉਹਨਾਂ ਦੇ ਨਾਮ ਅਨੇਕਾਂ ਹਨ। ਜੀਵਾਂ ਦੀ ਗਿਣਤੀ ਅਨੰਤ ਬੇਅੰਤ ਹੈ। ਉਹਨਾਂ ਦੇ ਕਰਤਵ ਕਰਮ ਵੀ ਅਨੰਤ ਨੇ, ਬੇਅੰਤ ਨੇ, ਵੱਖਰੀ ਵੱਖਰੀ ਕਿਰਿਆ ਹੈ। ਕੋਈ ਜੀਵ ਕੋਈ ਕਰਮ ਕਾਂਡ ਕਮਾਉਂਦਾ, ਕੋਈ ਜੀਵ ਕੋਈ ਕਰਮ ਕਾਂਡ ਕਮਾਉਂਦਾ, ਕੋਈ ਸਮਾਧੀ ਆਦਿ ਲਾਉਂਦਾ ਹੈ। ਇਸ ਪ੍ਰਕਾਰ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ। ਕਰਮੀ ਕਰਮੀ ਹੋਏ ਵਿਚਾਰ। ਤੇ ਸਿੱਧੋ ਜੀਵ ਜਿਹੜੇ ਵੀ ਕਰਮ ਕਮਾਉਂਦੇ ਹੈ ਅੱਗੇ ਪਰਲੋਕ ਵਿੱਚ, ਉਹਨਾਂ ਕਰਮੀ ਜੀਵਾਂ ਦਾ, ਕਰਮੀ 2 ਵਾਰ ਹੈ ਨਾ, ਉਹਨਾਂ ਕਰਮੀ ਜੀਵਾਂ ਦਾ ਕਰਮੀ ਕਰਮਾਂ ਅਨੁਸਾਰ ਵਿਚਾਰ ਨਿਰਣਾ ਹੁੰਦਾ ਹੈ। ਕਰਮਾਂ ਅਨੁਸਾਰ ਫਲ ਦਿੱਤੇ ਜਾਂਦੇ ਨੇ।
ਪਾਪੀਆਂ ਨੂੰ ਨਰਕ, ਸਕਾਮੀਆਂ ਨੂੰ ਸਵਰਗ, ਨਿਸਕਾਮੀਆਂ ਨੂੰ ਸਰੂਪ ਦੀ ਪ੍ਰਾਪਤੀ। ਇਹ ਵੱਖਰੇ ਵੱਖਰੇ ਉਹਦਾ ਫਿਰ ਫਲ ਜਿਹੜਾ ਹੈ ਇਹ ਵਿਚਾਰ ਕਰਕੇ ਕਰਮ ਕਾਂਡੀਆਂ ਨੂੰ ਕੇਵਲ ਕਰਮੀ ਕਰਨ ਦਾ ਹੀ ਵਿਚਾਰ ਕਰਦੇ ਰਹਿੰਦੇ ਨੇ, ਤੇ ਉਧਰ ਧਰਮ ਰਾਜ ਇਹ ਵਿਚਾਰ ਕਰਕੇ ਉਹਨਾਂ ਨੂੰ ਇਹ ਫਲ ਦਿੰਦਾ ਹੈ ਕਿਹੜੇ ਨੂੰ ਕੀ ਕਰਵੇ। ਵਾਹਿਗੁਰੂ ਦੇ ਹੁਕਮ ਵਿੱਚ ਹੈ ਸਾਰਾ। ਸੱਚਾ ਆਪ ਸੱਚਾ ਦਰਬਾਰ। ਤੇ ਸਿੱਧੋ ਉਸ ਪਰਲੋਕ ਵਿੱਚ ਸੱਚ ਦੇ ਆਧਾਰ ਤੇ ਇਨਸਾਫ ਕੀਤਾ ਜਾਂਦਾ ਹੈ। ਇਹ ਸੰਸਾਰ ਦੇ ਧੋਖੇ ਨਹੀਂ ਹੈ ਉਹਨਾਂ ਦੀ ਅਦਾਲਤ ਵਿੱਚ, ਉੱਥੇ ਸੱਚੇ ਹੀ ਸੱਚ ਨੇ ਬੜਾ, ਕੋਈ ਧੋਖੇਬਾਜ਼ੀ ਨਹੀਂ, ਕੋਈ ਚਲਾਕੀ ਨਹੀਂ, ਕੋਈ ਸਿਫਾਰਿਸ਼ ਨਹੀਂ। ਪ੍ਰਭੂ ਆਪ ਸੱਚਾ ਹੈ, ਉਹਦਾ ਪਰਲੋਕ ਵਾਲਾ ਦਰਬਾਰ ਵੀ ਸੱਚਾ ਹੈ। ਸੱਚਖੰਡ, ਵੈਕੁੰਠ, ਸਤਸੰਗ ਸਰੂਪੀ ਦਰਬਾਰ ਇਹ ਸਾਰਾ ਸੱਚਾ ਹੈ। ਤਿੱਥੈ ਸੋਹਣ ਪੰਚ ਪਰਵਾਣ। ਤਿੱਥੇ ਉਸ ਪਰਲੋਕ ਦੇ ਦਰਬਾਰ ਵਿੱਚ ਪੰਜ ਸ੍ਰੇਸ਼ਟ ਕਰਮਾਂ ਦੇ ਕਰਨ ਵਾਲੇ ਮਹਾਤਮਾ ਜਨ, ਸਰਵਣ ਮੰਨਣ ਅਧਿਆਸਨ, ਨਿਮਰਤਾ ਰੱਖ ਕੇ ਭਾਣਾ ਮੰਨਦੇ ਆ ਜਿਹੜੇ, ਇਹ ਪੰਜ ਗੁਣ ਜਿਨ੍ਹਾਂ ਦੇ ਵਿੱਚ ਨੇ, ਜਾਂ ਪੰਜ ਤੱਤਾਂ ਦੀ ਧਾਰਨਾ, ਪੰਜਾਂ ਵਿਕਾਰਾਂ ਨੂੰ ਰੋਕ ਕੇ ਸੱਚਖੰਡ ਵਿੱਚ ਪ੍ਰਵਾਨਿਕ ਹੋ ਕੇ ਸੋਹਣ ਸੋਭਦੇ ਨੇ। ਜੋ ਪ੍ਰਵਾਨ ਪਰ ਪਰੇ ਬਾਣ ਦੁੱਖਾਂ ਤੋਂ, ਭਾਵ ਕੇ ਦੁੱਖਾਂ ਤੋਂ ਰਹਿਤ ਪ੍ਰਭੂ ਹੈ, ਉਹ ਪੰਜ ਚੇਤਨ ਸਰੂਪ ਦੀ ਪ੍ਰਾਪਤੀ ਕਰਕੇ ਤਿੱਥੇ ਉਹ ਸੱਚਖੰਡ ਵਿੱਚ ਸੋਹਣ ਸੋਭਦੇ ਹਨ। ਫਿਰ ਸਿੱਧਾਂ ਨੂੰ ਪੁੱਛਿਆ ਵੀ ਇਹ ਦੱਸੋ ਸ੍ਰੇਸ਼ਟ ਕਰਮ ਕੌਣ ਕਰਦਾ ਹੈ? ਤਾਂ ਮਹਾਰਾਜ ਉੱਤਰ ਦਿੰਦੇ ਹਨ, ਨਦਰੇ ਕਰਮ ਪਵੈ ਨੀਸਾਨ। ਸਿੱਧੋ ਉਹੀ ਜੀਵ ਸ੍ਰੇਸ਼ਟ ਕਰਮ ਕਰਦੇ ਸੋਭਦੇ ਹਨ ਜਿਨ੍ਹਾਂ ਦੇ ਮੱਥੇ ਉੱਪਰ ਉਸ ਨਦਰੀ ਪ੍ਰਭੂ ਦੀ ਕਰਮ ਕਿਰਪਾ ਦਾ ਨਿਸ਼ਾਨ ਚਿੰਨ੍ਹ ਲੇਖ ਪਿਆ ਹੋਵੇ, ਜਿਨ੍ਹਾਂ ਦੇ ਮਸਤਕ ਤੇ ਵਾਹਿਗੁਰੂ ਦੀ ਨਦਰੀ ਕਿਰਪਾ ਦ੍ਰਿਸ਼ਟੀ ਦੁਆਰਾ ਨਿਸ਼ਾਨ ਪਿਆ ਹੋਵੇ, ਉਹ ਪਰਮਾਤਮਾ ਦੀ ਦਰਗਾਹ ਵਿੱਚ ਸ਼ੋਭਾ ਪਾਉਂਦੇ ਹੈ। ਜਿਨ੍ਹਾਂ ਉੱਤੇ ਸਤਿਗੁਰੂ ਦੀ ਨਦਰੀ ਕਰਮ ਕਿਰਪਾ ਦਾ ਨਾਮ ਹੈ, ਕਿਰਪਾ ਦ੍ਰਿਸ਼ਟੀ ਪੈ ਜਾਵੇ ਸਤਿਗੁਰਾਂ ਦੀ, ਉਹਨਾਂ ਨੂੰ ਨਾਮ ਦਾ ਨਿਸ਼ਾਨ ਪ੍ਰਵਾਨਾ ਟੁੰਬੂ ਪ੍ਰਾਪਤ ਹੋ ਜਾਂਦਾ ਹੈ। ਕੱਚ ਪਕਾਈ ਉਥੈ ਪਾਏ। ਉੱਥੇ ਪਰਲੋਕ ਵਿੱਚ ਧਰਮ ਰਾਜ ਦੀ ਕਚਹਿਰੀ ਵਿੱਚ ਜਿੱਥੇ ਸਭਨਾਂ ਨੇ ਜਾਣਾ ਹੈ, ਮੈਂ ਤੁਸੀਂ ਸਭ ਨੇ ਜਾਣਾ, ਉੱਥੇ ਦੀ ਤਿਆਰੀ ਕਰੋ। ਉੱਥੇ ਜਾ ਕੇ ਕੀ ਹੋਏਗਾ ਉਹਦੇ ਬਾਰੇ ਸੋਚੋ। ਉੱਥੇ ਕੀ ਹੋਏਗਾ? ਉੱਥੇ ਪਰਲੋਕ ਚ ਧਰਮ ਰਾਜ ਦੀ ਕਚਹਿਰੀ ਵਿੱਚ ਕੱਚਿਆਂ ਪੁਰਸ਼ਾਂ ਦੀ, ਸਕਾਮ ਕਰਮ ਕਰਨ ਵਾਲੇ, ਸਵਰਗ ਆਦਿ ਵਿਸ਼ਿਆਂ ਦੀ ਇੱਛਾ ਰੱਖਣ ਵਾਲੇ, ਉਹਨਾਂ ਦੀ ਕੱਚ ਕਚਤਾਈ ਉਹਦਾ ਨਿਰਣਾ ਪਾਇਆ ਜਾਂਦਾ ਹੈ। ਪਕਾਈ ਪੱਕੇ ਕਰਨ ਵਾਲੇ ਕੋਲੇ, ਨਿਸ਼ਕਾਮ ਕਰਮ ਕਰਨ ਵਾਲੇ, ਉਹਨਾਂ ਪੁਰਸ਼ਾਂ ਦੀ ਪਕਿਆਈ, ਭਾਵ ਚੰਗੇ ਤੇ ਮਾੜੇ ਪੁਰਸ਼ ਉੱਥੇ ਨਿਰਣਾ ਕਰਕੇ ਜਾਣੇ ਜਾਂਦੇ ਆ। ਸਿੱਧ ਕਹਿਣ ਲੱਗੇ ਮਹਾਰਾਜ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਕਰਨ ਲਈ ਤੇ ਉੱਥੇ ਫਿਰ ਉਗਾਹਾਂ ਦੀ ਵੀ ਲੋੜ ਪੈਂਦੀ ਹੋਊਗੀ। ਇੱਥੇ ਮੁਕੱਦਮਾ ਜਦੋਂ ਚੱਲਦਾ ਹੈ ਗਵਾਹੀ ਦੀ ਲੋੜ ਪੈਂਦੀ ਹੈ, ਉਹਦੇ ਆਧਾਰ ਤੇ ਹੁੰਦੇ ਹੈ। ਤੇ ਮਹਾਰਾਜ ਸਾਹਿਬ ਜੀ ਅੱਗੇ ਕਥਨ ਕਰਦੇ ਹਨ, ਨਾਨਕ ਗਿਆ ਜਾਪੈ ਜਾਏ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ, ਕਹਿੰਦੇ ਸਿੱਧੋ ਜੀਵ ਜਦੋਂ ਪ੍ਰਲੋਕ ਵਿੱਚ ਗਿਆ ਤੇ ਜਾਣ ਉੱਤੇ, ਮਤਲਬ ਜਦੋਂ ਗਿਆ ਚਲਿਆ ਗਿਆ ਉੱਥੇ, ਜਾਏ ਜਗ੍ਹਾ, ਉਹ ਜਿਹੜੀ ਜਗ੍ਹਾ ਹੈ ਜਾਏ ਜਗ੍ਹਾ, ਉੱਥੇ ਗਿਆ। ਉਸ ਜੀਵ ਦੇ ਪ੍ਰਲੋਕ ਦੇ ਗਿਆ ਜਾਣ ਉੱਤੇ ਹੀ ਜਾਏ ਜਗ੍ਹਾ ਜਿਹੜੀ ਹੈ ਜਾਪੇ ਜਾਣਿਆ ਜਾਂਦਾ ਹੈ ਕਿ ਇਹਨੇ ਕਿਹੜਾ ਪੁੰਨ ਕੀਤਾ ਹੈ, ਕਿਹੜਾ ਪਾਪ ਕੀਤਾ ਹੈ। ਉੱਥੇ ਗਾਹਾਂ ਦੀ ਲੋੜ ਨਹੀਂ ਪੈਂਦੀ, ਅੰਤਰਜਾਮੀ ਆਪ ਹੀ ਸਭ ਕੁਝ ਜਾਣਿਆ। ਚਿੱਤਰ ਗੁਪਤ ਉਹਦੇ ਰੱਖੇ ਨੇ ਸਾਰੇ ਲੇਖੇ ਵਾਸਤੇ, ਉਹ ਖੁਦ ਅੰਤਰਜਾਮੀ ਆਪ ਹੀ ਜਾਣਦਾ ਹੈ। ਹੁਕਮੀ ਹੋਏ ਨਿਬੇੜ ਗਿਆ ਜਾਣੀਐ, ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਵੇ ਪਾਪੀ ਜਾਣੀਐ। ਤੇ ਉੱਥੇ ਕਰਮਾਂ ਦੇ ਅਨੁਸਾਰ ਇਹ ਨਿਬੇੜਾ ਹੋ ਜਾਂਦਾ ਹੈ। ਬਿਨ ਵਕਨੇ ਬਿਨ ਕਹਿਣ ਕਹਾਵਨ ਅੰਤਰਜਾਮੀ ਜਾਣੈ, ਕੜਕੜ ਕੇ ਅੰਤਰ ਕੀ ਜੰਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਪਰਮਾਤਮਾ ਜੀਵਾਂ ਦੀ ਕਰਤੂਤਾਂ ਜਾਣਦਾ ਹੈ, ਉਸ ਨੂੰ ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ ਰੱਬ ਨੂੰ, ਉਹ ਖੁਦ ਹੀ ਜਾਣਦਾ, ਸਦ ਸੁਣਦਾ ਸਦ ਵੇਖਦਾ। ਇਸ ਪ੍ਰਕਾਰ ਸਮਝਣ ਦੀ ਲੋੜ ਹੈ। ਇਹ ਧਰਮ ਖੰਡ ਦਾ ਨਿਰਣਾ ਕੀਤਾ ਹੈ ਤੇ ਜਿਹੜੇ ਧਰਮ ਦੇ ਕਰਨ ਵਾਲੇ ਧਰਮੀ ਪੁਰਸ਼ ਨੇ, ਜਿਹੋ ਜਿਹਾ ਧਰਮ ਕਰਦੇ ਹੈ ਉਹ ਜਿਹਾ ਉਹਨਾਂ ਧਰਮ ਦਾ ਫਲ ਮਿਲਦਾ ਹੈ। ਇੱਥੋਂ ਹੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਧਰਮ ਦੀ। ਧਰਮ ਕਰਮ ਦਾ ਵਰਣਨ ਕੀਤਾ ਹੈ ਇਕੱਠਾ। ਇਹ ਪੰਜੇ ਖੰਡਾਂ ਦੀ ਬਹੁਤ ਮਿਹਨਤ ਕਰਨ ਦੀ ਲੋੜ ਹੈ ਤੇ ਬਹੁਤ ਇਕਾਗਰਤਾ ਦੀ ਲੋੜ ਹੈ, ਤਾਂ ਇਹ ਗੱਲ ਪੱਲੇ ਪੈਣ ਵਾਲੀ ਹੈ। ਹੁਣ ਇਸ ਨੂੰ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਅੱਗੇ ਫਿਰ
ਇਸੇ ਦੂਸਰੇ ਅਰਥ ਵੀ ਫੇਰ ਕਿਰਪਾ ਕਰਦੇ ਹਨ। ਸੁਣੋ ਜੇ। ਰਾਤੀ ਰੁਤੀ ਥਿਤੀ ਵਾਰ। ਮਹਾਰਾਜ ਕਿਰਪਾ ਕਰਕੇ ਦੱਸੋ ਧਰਮਖੰਡ ਦਾ ਤੁਸੀਂ ਜਿਹੜਾ ਨਾ ਉਹ ਦੁਬਾਰੇ ਨਿਰਣਾ ਕਰੋ ਧਰਮਖੰਡ ਦਾ। ਮਹਾਰਾਜ ਕਹਿੰਦੇ ਸਿੱਧੋ ਕਈ ਸਰੀਰਾਂ ਦੇ ਜਨਮ ਰਾਤੀ ਕਈਏ ਰਾਤਾਂ ਨੂੰ ਹੁੰਦੇ ਨੇ, ਕਈਆਂ ਦੇ ਰੁੱਤਾਂ ਵਿੱਚ ਹੁੰਦੇ, ਕਈਆਂ ਦੇ ਥਿੱਤਾਂ ਵਿੱਚ ਹੁੰਦੇ। ਏਕਮ ਦੂਜ ਤੀਜ ਆਦਿ ਨੂੰ ਸੋਮਵਾਰ ਮੰਗਲਵਾਰ ਉਹ ਕੋਈ ਨਾ ਕੋਈ ਦਿਨ ਤਾਂ ਹੁੰਦਾ ਹੀ ਹੈ ਜਿੱਦਾਂ ਜੰਮਦਾ, ਕੋਈ ਥਿੱਤ ਤਾਂ ਹੁੰਦੀ ਹੈ ਨਾ। ਤੇ ਮਹਾਰਾਜ ਸਾਹਿਬ ਕਹਿੰਦੇ ਰਾਤੀ ਰੁੱਤੀ ਥਿੱਤੀ ਵਾਰ, ਉਹਦੇ ਵਿੱਚ ਇਹ ਸਰੀਰ ਪ੍ਰਗਟ ਹੋਇਆ ਹੈ। ਪਵਨ ਪਾਣੀ ਅਗਨੀ ਪਾਤਾਲ। ਪਵਨ ਨਾਮ ਹੈ ਹਵਾ ਦਾ, ਪਾਣੀ ਨਾਮ ਹੈ ਜਲ ਦਾ, ਅਗਨੀ ਨਾਮ ਹੈ ਅੱਗ ਦਾ, ਬੇਸੰਤਰ ਦਾ। ਇਹਦੇ ਨਾਲ ਧਰਤੀ, ਧਰਤੀ ਕਰਕੇ ਪਾਤਾਲ ਪੁਲਾੜ ਤੇ ਆਕਾਸ਼ ਦੋ ਇਹਦੇ ਵਿੱਚੋਂ ਲੈ ਲੈਣੇ। ਇਹ ਪੰਜਾਂ ਤੱਤਾਂ ਕਰਕੇ ਸਰੀਰ ਬਣਦੇ ਆ। ਕਈ ਪਤਾਲ ਵਿੱਚ ਤੇ ਕਈ ਆਕਾਸ਼ ਵਿੱਚ, ਸਵਰਗ ਵਿੱਚ, ਕਈ ਇਸ ਮਾਤਲੋਕ ਵਿੱਚ। ਇਹ ਸਰੀਰ ਇਸ ਪ੍ਰਕਾਰ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਸ੍ਰਿਸ਼ਟੀ ਸਾਰੇ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤੇ ਜੋ ਤੁਸੀਂ ਧਰਮਖੰਡ ਦੀ ਗੱਲ ਕਰਦੇ ਹੋ ਤੇ ਉਹ ਸੁਣੋ। ਉਸ ਪਰਮੇਸ਼ਰ ਨੇ ਆਪਣੇ ਹੁਕਮ ਵਿੱਚ ਇਹ ਸ੍ਰਿਸ਼ਟੀ ਜਿੱਥੇ ਸਾਜੀ ਹੈ, ਇਹ ਮਨੁੱਖ ਸ੍ਰਿਸ਼ਟੀ ਦੇ ਨਾਲ ਆ ਜਿਹੜਾ ਸਰੀਰ ਹੈ ਇਹ ਸਾਜੇ, ਮਨੁੱਖ ਦੇ ਹੀ ਸਾਜੀ ਹੈ। ਕਹਿੰਦੇ ਇਹੀ ਧਰਤੀ ਹੈ, ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ। ਕਰਮਾਂ ਦੀ ਧਰਤੀ ਹੈ ਸਰੀਰ ਹੈ ਜਿਹੜਾ। ਇਹ ਕਰਮ ਭੂਮੀ ਧਰਮ ਦੀ ਸਾਲ ਜਗ੍ਹਾ ਬਣਾ ਦਿੱਤੀ। ਥਾਪ ਨਾਮ ਹੈ ਸਥਾਪਨ ਕਰਨ ਦਾ, ਇਹ ਸਰੀਰ ਸਥਾਪਨ ਕਰ ਦਿੱਤਾ। ਹੋਰ ਕਿਸੇ ਜੂਨ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ, ਭੁੱਲ ਜਾਓ ਇਸ ਗੱਲ ਨੂੰ। ਸਾਰਿਆਂ ਤੋਂ ਸ੍ਰੇਸ਼ਟ ਧਰਮ ਪਰਮਾਤਮਾ ਦਾ ਨਾਮ ਜਪਣਾ ਹੈ। ਸਗਲ ਧਰਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹੀ ਵੱਡਾ ਧਰਮ ਹੈ। ਇਸ ਕਰਕੇ ਧਰਮ ਦਾ ਖੰਡ ਟੁਕੜਾ ਇਹ ਧਰਤੀ ਹੈ। ਇਹਦੇ ਵਿੱਚ ਜੀਵ ਧਰਮ ਕਮਾ ਸਕਦੇ ਨੇ, ਬ੍ਰਹਮ ਪ੍ਰਾਪਤੀ ਹੋ ਸਕਦੀ ਹੈ। ਇਹ ਜਿਹੜਾ ਸਰੀਰ ਹੈ ਇਹੀ ਧਰਤੀ ਹੈ। ਹੋਰ ਟੇਢੀਆਂ ਮੁੰਗਾਂ ਜੂਨਾਂ ਦੇ ਵਿੱਚ ਕੈਦੀਆਂ ਦੀ ਨਿਆਈ ਕਰਮ ਤਾਂ ਭੋਗ ਸਕਦਾ ਹੈ, ਪਰ ਕਹਾਂ ਕਰਮ ਕਰ ਨਹੀਂ ਸਕਦਾ। ਕੈਦੀ ਕੀ ਕਰਮ ਕਰ ਲੂਗਾ? ਉਹ ਤਾਂ ਬੰਨਿਆ ਗਿਆ, ਜੇਲ੍ਹ ਖਾਨੇ ਦੇ ਵਿੱਚ ਹੈ। ਬਾਕੀ ਜੂਨਾਂ ਜੇਲ੍ਹ ਖਾਨਾ ਹੀ ਹੈ, ਉਹਦੇ 'ਚ ਕੁਛ ਨਹੀਂ ਕਰਦਾ। ਇੱਕ ਮਨੁੱਖ ਸਰੀਰ ਹੈ, ਇਹਦੇ 'ਚ ਦੇਖੋ ਜੋ ਕਰਨਾ ਸੀ ਉਹ ਭੁੱਲਿਆ ਹੋਇਆ ਹੈ, ਜਿਹੜਾ ਨਹੀਂ ਕਰਨਾ ਸੀ ਉਹ ਹਰ ਵਕਤ ਚੇਤੇ। ਗੱਲਾਂ ਮਾਰਨੀਆਂ ਹਰ ਵਕਤ ਚੇਤੇ ਨੇ, ਵਿਸ਼ੇ ਵਿਕਾਰ ਹਰ ਵਕਤ ਚੇਤੇ ਨੇ, ਨਿੰਦਿਆ ਕਰਨੀ ਹਰ ਵੇਲੇ ਚੇਤੇ ਹੈ। ਜੋ ਕਰਨਾ ਸੀ ਉਹ ਸਾਨੂੰ ਭੁੱਲਿਆ ਹੋਇਆ। ਤੋ ਇਸ ਕਰਕੇ ਇਹ ਜਿਹੜਾ ਮਨੁੱਖਾ ਜੀਵਨ ਹੈ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਪਰਮੇਸ਼ਰ ਨੇ ਮਾਨਸ ਦੇਹੀ ਮਨੁੱਖ ਸਰੀਰ ਜਿਹੜਾ ਇਹ 84 ਲੱਖ ਜੂਨਾਂ ਵਿੱਚ ਧਰਮ ਦਾ ਸਥਾਨ ਬਣਾ ਕੇ ਰੱਖਿਆ ਹੋਇਆ ਹੈ। ਇਹਨੂੰ ਸਮਝਣ ਦੀ ਲੋੜ ਹੈ। ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਸਰੀਰ ਰੂਪੀ ਧਰਤੀ ਜਿਹੜੀ ਹੈ ਸਥਾਪਨ ਕਰਕੇ ਰੱਖੀ ਹੈ। ਜਿਸ ਵਿੱਚ ਜੀਵ ਜੁਗਤ ਕੇ ਰੰਗ, ਇਸ ਦੇਹਾਂ ਦੇ ਵਿੱਚ ਜੀਵਾਂ ਨੂੰ ਰੰਗ ਪ੍ਰੇਮ ਦੇ ਵਿੱਚ ਜੁਗਤ ਜੋੜ ਦਿੱਤਾ ਹੈ। ਸਾਚ ਕਹੂੰ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹਨਾਂ ਨੂੰ ਪਰਮੇਸ਼ਰ ਦਾ ਰੰਗ ਆਨੰਦ ਪ੍ਰਾਪਤ ਹੋਇਆ, ਜਿਹੜਾ ਉਸ ਪਰਮੇਸ਼ਰ ਦੇ ਨਾਲ ਜੁੜਿਆ। ਉਹ ਅੱਗੇ ਪ੍ਰਮਾਣ ਕਰਦੇ ਹਨ, ਜਿਨ ਕੇ ਨਾਮ ਅਨੇਕ ਅਨੰਤ। ਉਹਨਾਂ ਧਰਮੀ ਪੁਰਸ਼ਾਂ ਦੇ, ਸਤਿਪੁਰਸ਼ਾਂ ਦੇ ਨਾਮ ਵੀ ਅਨੇਕ ਨੇ। ਉਹਨਾਂ ਨੂੰ ਅਨੰਤ ਬੇਅੰਤ ਸੁਖ, ਆਨੰਦ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ। ਕਰਮੀ ਕਰਮੀ ਹੋਏ ਚਾਰ, ਜਿਹੜੇ ਉੱਥੇ ਕਰਮੀ ਨਿਸ਼ਕਾਮੀ ਹਨ ਉਹਨਾਂ ਉੱਤੇ ਸਤਿਗੁਰਾਂ ਦੀ ਕਰਮੀ ਕਿਰਪਾ ਹੁੰਦੀ ਹੈ। ਕਰਮੀ ਕਰਮੀ ਦੋ ਵਾਰ ਹੈ। ਇੱਕ ਵਾਰ ਤਾਂ ਕਰਮੀ ਜੀਵ ਹੋ ਗਿਆ ਜਿਹੜਾ ਕਰਮ ਕਰਨ ਵਾਲਾ ਹੈ। ਦੂਸਰੇ ਅਰਥ ਹੈ ਕਰਮੀ ਦਾ ਅਰਥ ਹੈ ਕਿਰਪਾ ਕਰਨ ਵਾਲਾ, ਉਹ ਸਤਿਗੁਰੂ ਹੋ ਗਿਆ। ਜਿਹਦੇ ਕਰਮੀ ਕਿਰਪਾ ਸਤਿਗੁਰਾਂ ਦੀ ਹੋ ਜਾਂਦੀ ਹੈ, ਉਹਨਾਂ ਨੂੰ ਫਿਰ ਆਤਮ ਸਰੂਪ ਦੀ ਵਿਚਾਰ ਹੋਏ, ਵਿਚਾਰ ਪ੍ਰਾਪਤ ਹੋ ਜਾਂਦੀ ਹੈ। ਉਹ ਜਾਣ ਲੈਂਦਾ ਹੈ ਆਤਮਾ ਨੂੰ। ਸੱਚਾ ਆਪ ਸੱਚਾ ਦਰਬਾਰ, ਉਹ ਪਰਮੇਸ਼ਰ ਆਪ ਵੀ ਸੱਚਾ ਹੈ, ਉਹਨਾਂ ਦਾ ਸੱਚਖੰਡ ਦਰਬਾਰ ਵੀ ਸੱਚਾ ਹੈ। ਸਾਚਾ ਸਾਹਿਬ ਸੱਚ ਨਾਏ, ਉਹਦੀਆਂ ਸਿਫਤਾਂ ਸੱਚੀਆਂ, ਆਪ ਸੱਚਾ ਹੈ। ਜਿੱਥੈ ਸੋਹਣ ਪੰਜ ਪਰਵਾਨ, ਉਹ ਸੱਚਖੰਡ ਦੇ ਵਿੱਚ ਪੰਜ ਕੌਣ? ਸੰਤ, ਚੇਤਨ ਬ੍ਰਹਮ ਦੀ ਪ੍ਰਾਪਤੀ ਕਰਨ ਵਾਲੇ
ਪ੍ਰਵਾਨ ਪ੍ਰਵਾਨਿਕ ਹੋ ਕੇ ਸੋਹਣ ਸੋਭਦੇ ਨੇ। ਸੰਤ ਜਨ ਇਉਂ ਸੋਭਦੇ ਨੇ। ਨਦਰੀ ਕਰਮ ਪਵੈ ਨੀਸਾਨ। ਉਹਨਾਂ ਤੇ ਨਦਰੀ ਕੌਣ ਹੈ? ਨਦਰ ਕਰਨ ਵਾਲਾ ਪਰਮੇਸ਼ਰ, ਤੇ ਕਰਮ ਕਿਰਪਾ ਦਾ ਨਾਮ ਹੈ। ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਜਦੋਂ ਪੈਂਦੀ ਹੈ ਤਾਂ ਪਰਮੇਸ਼ਰ ਦਾ ਜਾਂ ਆਨੰਦ ਨਿਸ਼ਾਨ ਪ੍ਰਗਟ ਹੋ ਜਾਂਦਾ ਹੈ। ਜਿਨ੍ਹਾਂ ਦੇ ਨਦਰੀ ਸਤਿਗੁਰਾਂ ਦੀ ਕਰਮ ਕਿਰਪਾ ਹੁੰਦੀ ਹੈ, ਉਹਨਾਂ ਨੂੰ ਅੰਤਿਕਰਨ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦਾ ਨਿਸ਼ਾਨ ਲੇਖਾ ਪੈ ਜਾਂਦਾ ਹੈ। ਕੱਚ ਪਕਾਈ ਉਥੈ ਪਾਏ। ਉਥੈ ਉਸ ਥਾਂ, ਕਿਹੜੀ ਥਾਂ? ਸਤ ਸੰਗਤ ਵਿੱਚ। ਸਤ ਸੰਗਤ ਵਿੱਚ ਜਾਣੇ ਕਰਕੇ ਜਿਹੜੇ ਕੱਚੇ ਪੁਰਖ ਸਕਾਮੀ ਨੇ, ਜਿਹੜੀ ਕਾਮਨਾ ਰੱਖ ਕੇ ਜਿਹੜਾ ਕਰਮ ਕਰਨਾ ਵੀ ਆਹ ਮਿਲ ਜਾਏ ਮੈਨੂੰ, ਆਹ ਮਿਲ ਜਾਏ, ਇਹ ਕੱਚੀ ਮਤ ਦੇ ਕੰਮ ਨੇ। ਇਹ ਹੈ ਕੱਚਾ, ਕਚਾਈਪਣ ਹੈ ਇਹ। ਤੇ ਉਹਨਾਂ ਦੀ ਨਿਸ਼ਕਾਮ ਕਰਮ ਰੂਪੀ ਪਕਿਆਈ ਹੋ ਜਾਂਦੀ ਹੈ, ਪਾਏ ਪੈਂਦੀ ਹੈ ਜਦੋਂ ਸਤਸੰਗ ਵਿੱਚ ਆ ਜਾਣ। ਭਾਵ ਕੀ ਹੈ? ਉਹ ਨਿਸ਼ਕਾਮੀ ਹੋ ਜਾਂਦੇ ਨੇ। ਪਹਿਲੀਆਂ ਕਾਮਨਾ ਪੂਰੀਆਂ ਹੋਣ ਤੇ ਫਿਰ ਹੋਰ ਕਾਮਨਾ ਉੱਠਣ ਤੋਂ ਹਟ ਜਾਂਦੀਆਂ ਨੇ। ਉਹਨਾਂ ਦਾ ਚਿੱਤ ਵਾਹਿਗੁਰੂ ਵਿੱਚ ਜੁੜ ਜਾਂਦਾ ਹੈ। ਇਉਂ ਜਿਹੜੇ ਕੱਚੇ ਮਨ ਵਾਲੇ ਹਨ, ਉਹਨਾਂ ਨੂੰ ਉੱਥੇ ਵਿਸ਼ਿਆਂ ਵੱਲੋਂ ਹਟਾ ਕੇ ਸ਼ੁਭ ਗੁਣਾਂ ਦੀ ਸਿਮਰਨ ਭਜਨ ਦੀ ਪਕਿਆਈ ਪ੍ਰਾਪਤ ਹੋ ਜਾਂਦੀ ਹੈ। ਨਾਨਕ ਗਿਆ ਜਪੈ ਜਾਏ। ਤੇ ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਕਹਿੰਦੇ ਸਿੱਧੋ, ਸਤਸੰਗ ਵਿੱਚ ਗਿਆ ਹੋਇਆ ਉਸ ਸਰੂਪ ਦੀ ਜਾਏ ਜਗ੍ਹਾ ਅਸਥਾਨ ਨੂੰ ਜਾਪੇ ਜਾਣ ਲੈਂਦਾ ਹੈ। ਇਸ ਪ੍ਰਕਾਰ ਕਹਿੰਦੇ ਸਿੱਧੋ, ਜਿਹੜਾ ਉਸ ਪਰਮੇਸ਼ਰ ਦੇ ਪਾਸ ਗਿਆ ਜਾਂਦਾ ਹੈ, ਆਪ ਹੀ ਜਾਪੇ ਜਾਣਿਆ ਜਾਂਦਾ ਹੈ। ਕੀ ਜਾਣਿਆ ਜਾਂਦਾ ਹੈ? ਕਿ ਇਹ ਨਿਰਮਲ ਹੈ, ਇਹ ਸੁੱਧ ਹੈ, ਇਸ ਦੇ ਅੰਦਰ ਅਗਿਆਨ ਦਾ ਅੰਧੇਰਾ ਨਹੀਂ ਹੈ। ਇਸ ਪ੍ਰਕਾਰ ਧਰਮਖੰਡ ਦਾ ਨਿਰਣਾ ਤੁਹਾਨੂੰ ਦੱਸਿਆ, ਤੇ ਇਸ ਤਰ੍ਹਾਂ ਉੱਥੇ ਪਹੁੰਚ ਕੇ ਇਸ ਪ੍ਰਕਾਰ ਦੀ ਅਵਸਥਾ ਬਣਦੀ ਹੈ। ਹੁਣ ਇਹਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਸਿੱਧ ਪ੍ਰਸ਼ਨ ਕਰਦੇ ਜਾਂ ਗੁਰਸਿੱਖ ਪ੍ਰਸ਼ਨ ਕਰਦੇ, ਪ੍ਰਸ਼ਨ ਕੀਤਾ ਮਹਾਰਾਜ ਕਿਰਪਾ ਕਰਕੇ ਦੱਸੋ ਕਿ ਬ੍ਰਹਮ ਇਹਨਾਂ ਸਾਰੀਆਂ ਵਸਤੂਆਂ ਵਿੱਚ ਕਿਸ ਪ੍ਰਕਾਰ ਸਥਿਤ ਹੈ। ਤੁਸੀਂ ਥਾਂ ਥਾਂ ਕਹਿੰਦੇ ਹੋ ਵੀ ਪਰਮਾਤਮਾ ਸਾਰੇ ਵਿਆਪਕ ਹੈ, ਸਥਿਤ ਹੈ। ਤੋ ਇਸ ਪ੍ਰਕਾਰ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤੀਸਰੇ ਅਰਥ ਵਿੱਚ ਅੱਗੇ ਫਰਮਾਨ ਕਰਦੇ ਨੇ, ਤੇ ਸੁਣਨਾ ਕਰੋ ਜੀ। ਰਾਤੇ ਰਤੇ ਸਿਤੇ ਵਾਰ। ਸਿੱਧਾਂ ਦਾ ਪ੍ਰਸ਼ਨ ਸੀ ਨਾ ਕਿ ਬ੍ਰਹਮ ਜਿਹੜਾ ਸਾਰੀਆਂ ਵਸਤੂਆਂ 'ਚ ਕਿਵੇਂ ਸਥਿਤ ਹੈ। ਮਹਾਰਾਜ ਜੀ ਨੇ ਉੱਤਰ ਵੀ ਫਰਮਾਇਆ, ਕਹਿੰਦੇ ਸਿੱਧੋ, ਉਹ ਬ੍ਰਹਮ ਸਾਰੀਆਂ ਵਸਤੂਆਂ, ਇਹਦੇ ਵਿੱਚ ਤਿੰਨ ਸੱਤਾਂ ਨੇ। ਸਾਰੀਆਂ ਵਸਤੂਆਂ ਪ੍ਰਤਿਭਾਤਕ ਸੱਤਾ ਦੀ ਨਿਆਈ ਕਲਪਤ ਰੂਪ ਨੇ। ਇਹ ਠਹਿਰ ਕੇ ਸਮਝ ਆਊਗੀ, ਹਾਲੇ ਪਹਿਲਾਂ ਇਹਦੇ ਨਾਂ ਸੁਣ ਲਓ ਵਿਚਾਰ, ਬਾਅਦ ਦੇ ਵਿੱਚ ਆਪਾਂ ਸਹਿਜ ਭਾਰ ਨਾਲ ਸਮਝਦੇ ਹਾਂ। ਤੀਸਰਾ ਅਰਥ ਸੌਖਾ ਨਹੀਂ ਹੈ। ਅਸਲ ਦੇ ਵਿੱਚ ਇਹ ਗਿਆਨਵਾਨ ਜਿਹੜੇ ਕਥਾਵਾਚਕ ਨੇ, ਕਥਾਵਾਚਕਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਕਥਾਵਾਚਕ ਨੇ। ਕਈ ਕਥਾਵਾਚਕਾਂ ਦੇ ਸਿਰ ਦੇ ਉੱਤੇ ਦੀ ਨਿਕਲਣ ਵਾਲੀਆਂ ਗੱਲਾਂ ਹੋਣਗੀਆਂ, ਇਹ ਕਈਆਂ ਨੂੰ ਬਹੁਤ ਹੀ ਪਸੰਦ ਹੋਣਗੀਆਂ ਕਿ ਠੀਕ ਹੈ ਜੀ, ਆਹ ਤਾਂ ਆਨੰਦ ਆ ਗਿਆ, ਐਂ ਕਹਿਣਗੇ ਉਹ। ਕਈ ਕਹਿਣਗੇ ਜੀ ਇਹਨਾਂ ਦੀ ਕੀ ਲੋੜ ਹੈ, ਜਦੋਂ ਸਮਝ 'ਚ ਨਾ ਆਵੇ ਨਾ ਕੋਈ ਗੱਲ, ਫਿਰ ਬੰਦਾ ਕਹਿੰਦਾ ਵੀ ਇਹਦੀ ਕੀ ਲੋੜ ਸੀ। ਹੁਣ ਡਾਕਟਰ ਦੀ ਦੁਕਾਨ ਦੇ ਵਿੱਚ ਬਹੁਤ ਦਵਾਈਆਂ ਆਈਆਂ ਜੀ ਪਈਆਂ ਨੇ। ਹੁਣ ਜੇ ਕੋਈ ਕਹੇ ਵੀ ਇਹ ਦਵਾਈ ਦੀ ਕੀ ਲੋੜ ਹੈ, ਇਹ ਤਾਂ ਵਰਤੋਂ 'ਚ ਤਾਂ ਆਉਂਦੀ ਨਹੀਂ ਹੈਗੀ, ਲੋੜ ਹੈ ਤਾਂ ਹੀ ਰੱਖੀ ਵੀ ਹੈ। ਇਹ ਠੀਕ ਹੈ ਵੀ ਕੁਝ ਦਵਾਈਆਂ ਐਸੀਆਂ ਨੇ ਘੱਟ ਲੋਕਾਂ ਨੂੰ ਵਰਤੋਂ 'ਚ ਆਉਂਦੀਆਂ। ਇਸੇ ਤਰ੍ਹਾਂ ਗਿਆਨ ਵੀ ਘੱਟ ਲੋਕਾਂ ਦੇ ਵਰਤੋਂ 'ਚ ਹੀ ਆਉਂਦਾ, ਅਗਿਆਨ ਦੀਆਂ ਗੱਲਾਂ ਜ਼ਿਆਦਾ ਵਰਤੋਂ 'ਚ ਆਉਂਦੀਆਂ। ਤੋ ਇਸ ਕਰਕੇ ਫਿਰ ਕਹਿੰਦੇ ਸਾਰੀਆਂ ਵਸਤੂਆਂ ਪ੍ਰਤਿਭਾਤਕ ਸੱਤਾ ਦੀ ਨਿਆਈ ਕਲਪਤ ਰੂਪ ਨੇ। ਇਹ ਤਿੰਨ ਸੱਤਾ, ਵਿਵਹਾਰਕ ਸੱਤਾ ਕਰਕੇ ਇਹ ਤਿੰਨ ਸੱਤਾ ਨੇ। ਵਿਵਹਾਰਕ ਸੱਤਾ, ਪਰਮਾਰਥਕ ਸੱਤਾ, ਪ੍ਰਤਿਭਾਸਕ ਸੱਤਾ। ਇਹ ਸਾਰੀਆਂ ਵਸਤੂਆਂ ਪ੍ਰਤਿਭਾਤਕ ਸੱਤਾ ਦੀ ਨਹੀਂ ਕਲਪਤ ਰੂਪ ਨੇ। ਵਿਵਹਾਰਕ ਸੱਤਾ ਕਰਕੇ ਤੇ ਇਹਨਾਂ ਵਿੱਚ ਪ੍ਰਤੀਤ ਹੁੰਦਾ ਹੈ, ਤੇ ਪਰਮਾਰਥਕ ਸੱਤਾ ਕਰਕੇ ਉਹਨੂੰ ਸਰਵ ਵਿਆਪੀ ਕਰਕੇ ਗਿਆਨੀ ਪੁਰਸ਼ ਜਾਣ ਲੈਂਦੇ ਨੇ। ਪਰ ਇਹਨੂੰ ਕੱਲੀ ਕੱਲੀ ਨੂੰ ਖੋਲਣ ਤੇ ਬਿਨਾਂ ਕੁਛ ਨਹੀਂ ਪੱਲੇ ਪਿਆ। ਹੁਣ ਇਹਨੂੰ ਕੱਲੀ ਕੱਲੀ ਨੂੰ ਸਮਝੋ। ਵਿਵਹਾਰਕ ਸੱਤਾ ਕਿਹਨੂੰ ਕਹਿੰਦੇ ਨੇ? ਜੇ ਸੱਤਾ ਦੇ ਨਾਲ ਇੱਕ ਸੱਤਾ ਹੋ ਗਈ, ਇੱਕ ਵਿਵਹਾਰ ਹੋ ਗਿਆ। ਸੱਤਾ ਸਹਾਰਾ, ਜਿਹਦੇ ਸਹਾਰੇ ਵਿਵਹਾਰ ਚੱਲ ਰਿਹਾ ਹੈ, ਉਹਨੂੰ ਕਹਿੰਦੇ ਵਿਵਹਾਰਕ ਸੱਤਾ।
ਜਿਵੇਂ ਜਦੋਂ ਤੱਕ ਸ੍ਰਿਸ਼ਟੀ ਬਣੀ ਰਹਿੰਦੀ ਹੈ ਨਾ, ਤੱਤ ਬਣੇ ਰਹਿੰਦੇ ਨੇ, ਜਿਨ੍ਹਾਂ ਕਰਕੇ ਵਿਵਹਾਰ ਚੱਲਦੇ ਰਹਿੰਦੇ ਨੇ। ਬ੍ਰਹਮਾ ਵਿਸ਼ਨੂੰ ਕਾਰਕ ਕੋਟੀ ਜੀਵ ਪਰਮਾਤਮਾ ਦੇ ਹੁਕਮ ਵਿੱਚ ਇਹ ਕੰਮ ਤੋੜਦੇ ਰਹਿੰਦੇ ਨੇ ਅੱਗੇ। ਜਿੰਨਾ ਚਿਰ ਇਹ ਪਸਾਰਾ ਯੁੱਗਾਂ ਤੱਕ ਬਣਿਆ ਹੋਇਆ ਹੈ, ਇਸ ਦੇ ਵਿੱਚ ਆਕਾਸ਼, ਪੌਣ, ਪਾਣੀ, ਧਰਤੀ, ਅਗਨੀ ਆਦਿਕ ਜਿੰਨੇ ਜੀਵ ਜੰਤ ਨੇ, ਇਹ ਬੜੇ ਲੰਮੇ ਸਮੇਂ ਤੱਕ ਪ੍ਰਤੀਤ ਹੁੰਦੇ ਆ, ਦੀਰਘ ਕਾਲ ਤੱਕ ਪ੍ਰਤੀਤ ਹੁੰਦੇ ਨੇ। ਇਹ ਵਿਵਹਾਰਕ ਸੱਤਾ ਹੈ। ਇਹ ਅਵਿਦਿਆ ਦੇ ਪ੍ਰਕਾਸ਼ ਕਰਕੇ ਪ੍ਰਤੀਤ ਹੁੰਦੀ ਹੈ। ਜੇ ਅਵਿਦਿਆ ਨਾ ਹੋਵੇ ਫਿਰ ਕੁਝ ਨਹੀਂ ਹੈ ਇਹ। ਤੇ ਇਹਦੇ ਚ ਫਿਰ ਅੱਗੇ ਪਰਮਾਰਥਕ ਸੱਤਾ, ਤੇ ਪਰਮਾਰਥਕ ਸੱਤਾ ਇੱਕ ਪਰਮੇਸ਼ਵਰ ਤੋਂ ਬਿਨਾਂ ਹੋਰ ਕੋਈ ਵਸਤੂ ਨਹੀਂ ਹੈ, ਸਰਬ ਰੂਪ ਆਪ ਹੀ ਹੈ। ਪਰਮੇਸ਼ਵਰ ਦੇ ਸਰੂਪ ਦੇ ਗਿਆਨ ਦਾ ਨਾਮ ਹੈ ਜਿਹੜਾ, ਉਹ ਪਰਮਾਰਥਕ ਸੱਤਾ ਹੈ। ਪਰਮੇਸ਼ਵਰ ਦੇ ਸਰੂਪ ਦਾ ਜਿਹੜਾ ਗਿਆਨ ਹੋਣਾ, ਇਹਨੂੰ ਪਰਮਾਰਥਕ ਸੱਤਾ ਕਹਿੰਦੇ ਨੇ। ਗਿਆਨ ਹੋ ਜਾਣਾ ਜਿਸ ਵੇਲੇ, ਪਰਮੇਸ਼ਵਰ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ ਹੈ, ਸਾਰੇ ਪਰਮੇਸ਼ਵਰ ਰੂਪ ਇਹਦੇ ਸਭ ਹੈ, ਬ੍ਰਹਮ ਬ੍ਰਹਮ ਹੈ ਪਸ ਰਿਹਾ, ਇਹ ਪਰਮਾਰਥਕ ਸੱਤਾ ਹੈ, ਉਹਦਾ ਗਿਆਨ ਹੋ ਜਾਣਾ। ਹੁਣ ਤੀਸਰੀ ਪ੍ਰਤਿਭਾਸਕ ਸੱਤਾ ਹੈ। ਪ੍ਰਤਿਭਾਸਕ ਸੱਤਾ ਕੀ ਹੁੰਦੀ ਹੈ? ਕੇਵਲ ਪ੍ਰਤੀਤੀ ਮਾਤਰ ਸੱਤਾ ਹੋਣੀ। ਉਹਦੇ ਨਾਲ ਸਮਝ ਆਊ ਜਿਹੜਾ ਦ੍ਰਿਸ਼ਟਾਂਤ, ਜਿਵੇਂ ਕੋਈ ਵਿਵਹਾਰ ਉਹਦੇ ਨਾਲ ਸਿੱਧਤਾ ਹੋਵੇ ਨਾ, ਵਸਤੂ ਕੇਵਲ ਗਿਆਨ ਮਾਤਰ ਪ੍ਰਤੀਤ ਹੋਵੇ। ਹੁਣ ਸੁਪਨੇ ਦੇ ਵਿੱਚ ਨਦੀਆਂ ਨਾਲੇ ਦਿਖਦੇ ਆ, ਬਿਰਛ ਦਿਖਦੇ ਆ, ਬੜੇ ਬੜੇ ਸ਼ੇਰ ਵਗੇਰੇ ਦਿਖਦੇ ਆ, ਸੱਪ ਠੂਹੇ ਦਿਖਦੇ ਨੇ, ਦਿਸਦਾ ਸਭ ਕੁਝ ਹੁੰਦਾ ਕੁਝ ਵੀ ਨਹੀਂ, ਜਾ ਖੁੱਲੀ ਤੇ ਕੁਝ ਵੀ ਨਹੀਂ। ਇਹ ਪ੍ਰਤਿਭਾਤਕ ਸੱਤਾ ਹੈ। ਭੂਤ ਅਗਨੀ ਹੈ, ਹਨੇਰੇ 'ਚ ਬਿਰਛ ਖੜਾ, ਐਂ ਲੱਗਦਾ ਵੀ ਚੋਰ ਖੜਾ ਹੈ। ਝਾੜੀਆਂ ਦੇ 'ਚ ਭੂਤ ਪ੍ਰਤੀਤ ਦਿਸਣ ਲੱਗ ਜਾਂਦੇ ਨੇ। ਮਾਰੂਥਲ ਸੂਰਜ ਦੀ ਗਰਮੀ ਨਾਲ ਰੇਤਾ ਜਿਸ ਵੇਲੇ ਉਹਦੇ ਵਿੱਚੋਂ ਨਾ, ਜਦੋਂ ਰੇਤਾ ਤਪਦਾ ਹੈ, ਉਹਦੇ ਵਿੱਚ ਇਹੋ ਜਿਹਾ ਸੂਰਜ ਦੀ ਗਰਮੈਸ਼ ਨਾਲ ਧਰਤੀ ਭੜਦਾ ਛੱਡਦੀ ਹੈ, ਦੇਖਣ ਵਾਲੇ ਨੂੰ ਐਂ ਲੱਗਦਾ ਵੀ ਪਾਣੀਓਂ ਆ ਗਿਆ ਤਾਂ ਦਰਿਆ ਹੀ ਹੈ। ਮਿਰਗ ਨੂੰ ਇਹੋ ਜਿਹਾ ਭੁਲੇਖਾ ਪੈਂਦਾ ਹੈ, ਜਿਉਂ ਭੱਜਦਾ ਹੈ, ਜਿਉਂ ਦੌੜਦਾ ਹੈ। ਹੁਣ ਦੇਖੋ, ਪਾਣੀ ਦਾ ਗਿਆਨ ਤਾਂ ਹੈਗਾ ਵੀ ਪਾਣੀ ਹੈ, ਪ੍ਰਤੀਤ ਹੋ ਰਿਹਾ ਪਾਣੀ, ਪਰ ਹੈ ਨਹੀਂ। ਇਹ ਪ੍ਰਤਿਭਾਤਕ ਸੱਤਾ ਹੈ। ਇਹ ਉਨਾ ਚਿਰ ਰਹਿੰਦੀ ਹੈ ਜਦੋਂ ਵਸਤੂ ਦਾ ਗਿਆਨ ਹੋ ਗਿਆ, ਖਤਮ ਹੋ ਗਈ ਉਸੇ ਵੇਲੇ। ਤੇ ਇਸ ਕਰਕੇ ਜਦੋਂ ਮਾਰੂਥਲਾਂ ਦਾ ਗਿਆਨ ਹੋ ਗਿਆ, ਉਸੇ ਵੇਲੇ ਪਾਣੀ ਵੀ ਨਿਵਰਤ ਹੋ ਗਿਆ। ਵਿਵਹਾਰਕ ਸੱਤਾ ਉਦੋਂ ਤੱਕ ਹੀ ਹੈ ਜਦੋਂ ਤੱਕ ਸਰੂਪ ਦਾ ਉਹਦਾ ਅਰਥ ਗਿਆਨ ਨਾ ਹੋ ਜਾਵੇ। ਉਹਦੀ ਨਿਵਰਤੀ ਲਈ ਸਿੱਪੀ ਦੇ ਵਿੱਚ ਚਾਂਦੀ ਦਿਸਦੀ ਹੈ, ਸਿੱਪੀ ਦਾ ਗਿਆਨ ਹੋ ਗਿਆ, ਚਾਂਦੀ ਗਾਇਬ। ਰੱਸੀ ਵਿੱਚ ਸੱਪ ਦਿਸਦਾ ਹੈ, ਰੱਸੀ ਦਾ ਗਿਆਨ ਹੋ ਗਿਆ, ਸੱਪ ਗਾਇਬ ਹੋ ਜਾਂਦਾ ਹੈ। ਮਾਰੂਥਲਾਂ ਵਿੱਚ ਗਰਮੀ ਕਰਕੇ ਉਹ ਜਿਹੜਾ ਪਾਣੀ ਪ੍ਰਤੀਤ ਹੁੰਦਾ ਸੀ, ਮਿਰਗ ਤ੍ਰਿਸ਼ਨਾ ਜਲ, ਜਦੋਂ ਉਹ ਜਾਣ ਲਿਆ ਉਹ ਵੀ ਉਸੇ ਵੇਲੇ ਫਿਰ ਨਿਵਰਤੀ ਹੋ ਗਈ ਉਹਦੀ। ਜਿਹੜਾ ਸੱਚਾ ਪ੍ਰਤੀਤ ਹੁੰਦਾ ਸੀ, ਕੋਲ ਜਾ ਕੇ ਦੇਖ ਲਿਆ, ਉਹ ਕਹਿੰਦੇ ਤਾਂ ਕੁਝ ਵੀ ਨਹੀਂ ਹੈ, ਅਸਲ ਚੀਜ਼ ਦਾ ਪਤਾ ਲੱਗ ਗਿਆ। ਇਹ ਪ੍ਰਤਿਭਾਤਕ ਸੱਤਾ ਖਤਮ ਹੋ ਜਾਂਦੀ ਹੈ। ਇਹ ਭਰਮ ਕਰਕੇ ਸੰਸਾਰ ਸਤ ਪ੍ਰਤੀਤ ਹੋ ਰਿਹਾ ਹੈ। ਗਿਆਨ ਹੁਣ ਕੇ ਪ੍ਰਤਿਭਾਤਕ ਸੱਤਾ ਦਾ ਅਭਾਵ ਹੋ ਜਾਂਦਾ ਹੈ। ਜੋ ਵਿਵਹਾਰਕ ਸੱਤਾ ਹੈ, ਨਾ ਤਾਂ ਇਹ ਬਹੁਤ ਸਮੇਂ ਤੱਕ ਯੁੱਗ ਬਣੇ ਰਹਿਣੇ ਨੇ, ਨਾ ਸੰਸਾਰ ਬਣਿਆ ਰਹਿਣਾ। ਜਿੰਨਾ ਚਿਰ ਪਰਮਾਰਥਕ ਸੱਤਾ ਪ੍ਰਗਟ ਨਹੀਂ ਹੁੰਦੀ, ਉਨੀ ਦੇਰ ਤੱਕ ਇਹ ਵਸਤੂਆਂ ਨਾਸਵਾਨ ਪ੍ਰਤੀਤ ਨਹੀਂ ਹੁੰਦੀਆਂ। ਜਦੋਂ ਪਰਮੇਸ਼ਰ ਦਾ ਸਰੂਪ ਪ੍ਰਗਟ ਹੋ ਜਾਵੇ ਤੇ ਉਦੋਂ ਇਹ ਸਭ ਬਨਾਵਟ ਆਕਾਰ ਖਤਮ ਹੋ ਜਾਂਦੇ ਆ। ਤੋ ਇਸ ਕਰਕੇ ਅੱਗੇ ਮਹਾਰਾਜ ਸਾਹਿਬ ਜੀ ਹੋਰ ਫਰਮਾਨ ਕਰਦੇ ਨੇ, ਰਾਤੀ ਰੁਤੀ ਸਿਤੀ ਵਾਰ, ਕਹਿੰਦੇ ਹੇ ਸਿੱਧੋ, ਜਿਸ ਪ੍ਰਕਾਰ ਸੂਰਜ ਦੇ ਭੇਦ ਕਰਕੇ ਰਾਤੀ ਰਾਤਾਂ, 6 ਰੁੱਤਾਂ, 7 ਵਾਰ, ਸੋਮਵਾਰ ਮੰਗਲਵਾਰ ਆਦਿ ਪਿੱਛੇ ਸੁਣੇ ਲਏ ਤੁਸੀਂ, ਪਰ ਵਾਸਤਵ ਦੇ ਵਿੱਚ ਤੁਸੀਂ ਵਿਚਾਰ ਕੇ ਦੇਖੋ ਵੀ ਸੂਰਜ ਦੇ ਵਿੱਚ ਕੋਈ ਰੁੱਤ ਹੈਗੀ? ਸੂਰਜ ਦੇ ਵਿੱਚ ਰਾਤ ਹੈਗੀ? ਸੂਰਜ ਦੇ ਵਿੱਚ ਹੁਣ ਜਿੰਨੀਆਂ ਵੀ ਥਿੱਤਾਂ ਬਣਦੀਆਂ ਨੇ, ਚੰਦਰਮਾ ਦੇ ਭੇਦ ਕਰਕੇ 15 ਥਿੱਤਾਂ ਬਣ ਗਈਆਂ, 1 2 3 ਆਦਿ ਪ੍ਰਤੀਤ ਹੋ ਰਹੀਆਂ ਨੇ। ਪਰ ਵਿਚਾਰ ਕੇ ਦੇਖੋ ਵੀ ਚੰਦਰਮਾ ਦੇ ਵਿੱਚ ਹੈਗੀ ਇੱਕ, ਉਹਦਾ ਪ੍ਰਕਾਸ਼ ਰੂਪ ਹੈ, ਧਰਤੀ ਦੇ ਚੱਕਰ ਕਰਕੇ ਉਹਲੇ ਹੋ ਜਾਂਦੀ ਹੈ ਧਰਤੀ, ਉਹਦੇ ਕਰਕੇ ਪ੍ਰਤੀਤ ਹੋ ਰਿਹਾ ਹੈ। ਚੰਦਰਮਾ ਵਿੱਚ ਕੁਝ ਨਹੀਂ ਹੈ। ਸਾਰੇ ਜੀਵ ਬ੍ਰਹਮ ਦੇ ਵਿੱਚ ਇਸ ਤਰ੍ਹਾਂ ਕਲਪਤ ਨੇ, ਜਿਹੜੀਆਂ ਥਿੱਤਾਂ ਨੇ ਚੰਦਰਮਾ 'ਚ ਕਲਪਤ, ਰੁੱਤ ਜਿਹੜੀ ਹੈ ਜਿਵੇਂ ਸੂਰਜ ਦੇ ਵਿੱਚ ਕਲਪਤ ਨੇ, ਇਹ ਸਾਰੇ ਜੀਵ ਬ੍ਰਹਮ ਦੇ ਵਿੱਚ ਕਲਪਤ ਰੂਪ ਕਰਕੇ ਨੇ। ਤੋ ਇਸ ਕਰਕੇ ਅੱਗੇ ਦੇਖਦੇ ਨੇ, ਰਾਤੀ ਅਵਿਦਿਆ ਰੂਪੀ ਰਾਤ, ਅਵਿਦਿਕ ਲੋਕ, ਰੁੱਤੀ 6 ਰੁੱਤਾਂ ਦੀ ਨਿਆਈ ਨੇ, ਖੱਟ ਵਿਕਾਰ ਜਿਨ੍ਹਾਂ ਦੇ ਵਿੱਚ ਨੇ,
ਤੇ ਖਟ ਵਿਕਾਰ ਕਿਹੜੇ ਨੇ ਦੇਹ ਦੇ ਅੰਦਰ ਕਈ ਵਾਰ ਆਪ ਜੀ ਨੇ ਸੁਣੇ ਲਿਆ ਪਿੱਛੇ, ਜਿਹਦੇ ਭੁੱਖ ਤੇ ਪਿਆਸ ਹੈ, ਸੁਖ ਤੇ ਦੁੱਖ ਹੈ, ਜੰਮਣ ਤੇ ਮਰਨ ਹੈ। ਇਹ ਸਾਰੀ ਖੱਟ ਉਰਮੀਆਂ ਕਿਹਾ ਇਹਨਾਂ ਨੂੰ। ਇਹ ਅਵਿਦਿਕ ਲੋਕਾਂ ਦੇ 6 ਰੁੱਤਾਂ ਦੀ ਨਿਆਈ, ਇਹ 6 ਵਿਕਾਰ ਨੇ ਉਹਨਾਂ ਦੇ ਵਿੱਚ। ਸੁਦਾ ਪਿਪਾਸਾ ਸੋਕ ਪੁੰਨ ਹਰ ਕਿਸ ਜਨਮ ਔਰ ਅੰਤ, ਇਹ ਖਟ ਉਰਮੀ ਧਰਮ ਤਨ ਆਤਮ ਰਹਿਤ ਅਨੰਤ। ਦੇਹ ਦੇ ਵਿੱਚ ਰਹਿਣਾ, ਜੰਮਣਾ ਇੱਕ ਲਹਿਰ ਸੀ, ਮਰ ਜਾਣਾ ਵੀ ਇੱਕ ਲਹਿਰ ਹੈ। ਸੁੱਖ ਆਇਆ ਉਹ ਵੀ ਇੱਕ ਲਹਿਰ ਆਈ ਸੀ, ਜਿਵੇਂ ਹਵਾ ਕਦੇ ਇੱਧਰ ਨੂੰ ਚੱਲੀ ਵੀ ਕਦੇ ਇੱਧਰ ਨੂੰ ਚੱਲੀ, ਕਦੇ ਸੁੱਖ ਦੀ ਹਵਾ ਚੱਲ ਪਈ ਕਦੇ ਦੁੱਖ ਦੀ ਹਵਾ ਚੱਲ ਪਈ, ਸਮਾਪਤ ਹੋ ਜਾਣੀ ਹੈ, ਸਦਾ ਨਹੀਂ ਰਹਿੰਦੀ। ਤੇ ਭੁੱਖ ਤੇ ਪਿਆਸ, ਇਹ ਪੁਰਾਣਾ ਦਾ ਧਰਮ ਹੈ, ਲੱਗਦੀ ਹੈ। ਭੁੱਖ ਆਈ ਮਿਟ ਗਈ, ਦੁਬਾਰੇ ਫੇਰ ਲੱਗ ਗਈ, ਫੇਰ ਮਿਟ ਗਈ, ਪਿਆਸ ਲੱਗੀ ਪਾਣੀ ਪੀ ਲਿਆ ਮਿਟ ਗਈ। ਇਹ ਸਾਰਾ ਕੁਝ ਵਿਦਿਕ ਲੋਕਾਂ ਨੂੰ ਤੇ ਇਹਦੇ ਖੱਟ ਵਿਕਾਰ ਜਿਹੜੇ ਨੇ ਉਹ ਕਰਮਕਾਂਡੀ ਆਦਿ, ਜਾਂ ਫਿਰ ਉਪਾਸਕ ਲੋਕ ਜਿਹੜੇ ਨੇ, ਉਪਾਸਨਾ ਕਰਨ ਵਾਲੇ ਕਰਮਕਾਂਡੀ ਲੋਕ ਨੇ, ਉਹ ਥਿੱਤਾਂ ਦੀ ਨਿਆਈ ਜਾਣਨੇ। ਕਾਲ ਦਾ ਗਿਆਨ ਕਰਾਉਣ ਵਾਲੇ ਜੋਤਸ਼ੀ ਆਦਿ, ਉਹ ਬਾਹਰ ਥਿੱਤਾਂ ਦਾ ਹਿਸਾਬ ਰੱਖਣ ਵਾਲੇ, ਸਗਨ ਅਪਸਗਨ ਵਿਚਾਰਦੇ ਰਹਿੰਦੇ ਨੇ। ਇਹ ਸਾਰੇ ਉਸ ਬ੍ਰਹਮ ਦੇ ਵਿੱਚ ਕਲਪਤ ਰੂਪ ਨੇ। ਰਾਤੀ ਦੁਬਾਰੇ ਫਿਰ ਅਰਥ ਹੈ, ਪ੍ਰੇਮ ਵਿੱਚ ਭਿੱਜੀ ਹੋਈ ਅਵਸਥਾ ਰੂਪੀ ਰਾਤ ਵਾਲੇ ਵੀ ਹੈ। ਰੁੱਤੀ ਖੱਟ ਰੁੱਤਾਂ ਦੀ ਨਿਆਈ, ਖੱਟ ਸੰਪਤੀ ਵਾਲੇ, ਜਿਨ੍ਹਾਂ ਦੇ ਵਿੱਚ ਇਹ 6 ਗੁਣ, ਜਿਨ੍ਹਾਂ ਦੇ ਪਿੱਛੇ ਬਹੁਤ ਵਿਚਾਰ ਹੋ ਚੁੱਕੀ ਹੈ। ਤੋ ਇਸ ਕਰਕੇ 15 ਥਿੱਤਾਂ ਦੀ ਨਿਆਈ ਮਰਿਆਦਾ ਵਿੱਚ ਰਹਿਣ ਵਾਲੇ ਨੇ, ਜਿਨ੍ਹਾਂ ਦੇ ਮਨ ਸੰਕਲਪਾਂ ਵਿਕਲਪਾਂ ਵਿੱਚ ਵਰਜ ਰੱਖਿਆ, ਰੋਕ ਰੱਖਿਆ, ਉਹ ਸਾਰੇ ਬ੍ਰਹਮ ਦੇ ਹੈ, ਸਾਰੇ ਕਲਪਤ ਰੂਪ। ਪਵਨ ਪਾਣੀ ਅਗਨੀ ਪਾਤਾਲ, ਸਰਬ ਪ੍ਰਕਾਰ ਦੀ ਪਵਨ ਵਾਯੂ, ਵਾਯੂ ਦਾ ਭਵਾਨੀ ਦੇਵਤਾ, ਅਨੇਕਾਂ ਪ੍ਰਕਾਰ ਦਾ ਪਾਣੀ ਤੇ ਜਲ ਦਾ ਭਵਾਨੀ ਵਰਣ ਦੇਵਤਾ, ਸਰਬ ਪ੍ਰਕਾਰ ਦੀ ਅਗਨੀ, ਅਗਨ ਦਾ ਅਭਵਾਨੀ ਦੇਵਤਾ, ਪਾਤਾਲ, ਅਨੇਕਾਂ ਹੀ ਪਤਾਲ, ਪੁਲਾੜ, ਪੰਜੇ ਤੱਤ, ਉਸ ਪਰਮਾਤਮਾ 'ਚ ਸਾਰੇ ਕਲਪਤ ਰੂਪ ਨੇ। ਮਾਇਆ ਦੇ ਪਵਨ ਭਾਵ ਰਜੋਗੁਣ ਤੇ ਪਾਣੀ, ਸਤੋਗੁਣ ਤੇ ਪਾਣੀ ਦੀ ਨਿਆਈ ਸਤੋਗੁਣ, ਰਜੋ ਗਿਆਈ ਹਵਾ ਜਿਹੜੀ ਹੈ, ਤੇ ਅਗਨੀ ਦੀ ਨਿਆਈ ਤਮੋਗੁਣ, ਪਾਤਾਲ। ਇਹਨਾਂ ਗੁਣਾਂ ਨੂੰ ਪਾਉਣ ਵਾਲਾ ਅੰਤਸਕਰਨ ਦੇ ਵਿੱਚ, ਉਸ ਅੰਤਸਕਰਨ ਵਿੱਚ ਤਾਲ ਸਰੂਪ ਨੂੰ ਪਾ ਲੈਂਦਾ ਹੈ, ਜਿਹੜਾ ਬ੍ਰਹਮ ਸਰੂਪ ਹੈ ਉਹਨੂੰ ਜਾਣ ਲੈਂਦਾ ਹੈ ਕਿ ਮਾਇਆ ਦੇ ਤਿੰਨੇ ਗੁਣ, ਪਾਉਣ ਦੀ ਨਿਆਈ ਨਿਰਲੇਪ ਰਹਿਣਾ, ਪਾਣੀ ਦੀ ਨਿਆਈ ਸ਼ਾਂਤ ਰਹਿਣਾ, ਅਗਨੀ ਦੀ ਨਿਆਈ ਪ੍ਰਕਾਸ਼ ਵਾਲੇ ਹੋ ਜਾਣਾ, ਇਹ ਹੈ ਬ੍ਰਹਮ ਦੇ ਵਿੱਚ ਕਲਪਤ ਰੂਪ ਸਾਰੇ। ਜਿਹ ਵਿੱਚ ਧਰਤੀ ਥਾਪ ਰਖੀ ਧਰਮਸਾਲ, 33 ਉਸ ਬ੍ਰਹਮ ਵਿੱਚ ਧਰਤੀ ਦੀ ਨਿਆਈ ਮਨੁੱਖ ਦੇ ਹੀ ਹੈ। ਇਹ ਧਰਮਸਾਲ, ਧਰਮ ਦੀ ਜਗ੍ਹਾ ਸਥਾਪਨ ਕੀਤੀ ਹੈ, ਥਾਪ ਸਥਾਪਨ ਕੀਤੀ ਹੈ, ਪਰ ਹੈ ਬ੍ਰਹਮ ਦੇ ਵਿੱਚ ਇਹ ਵੀ ਕਲਪਤ ਰੂਪ ਜਿਹੜੀ ਦੇਹੀ ਹੈ। ਜਿਸ ਵਿੱਚ ਜੀ ਜੁਗਤ ਕੇ ਰੰਗ, ਇਸ ਵਿੱਚ ਜੋ ਸਾਰੇ ਜੀਵ ਰਾਜਸੀ, ਤਾਮਸੀ, ਸ਼ਾਂਤ ਕੀ, ਇਹ ਸਾਰੇ ਸੁਭਾਵਾਂ ਵਾਲੇ ਨੇ। ਕਿਸੇ ਦਾ ਤਮੋਗੁਣ ਸੁਭਾਵ ਹੈ, ਕਿਸੇ ਦਾ ਰਜੋਗੁਣ ਸੁਭਾਵ ਹੈ, ਕਿਸੇ ਦਾ ਸਤੋਗੁਣ ਸੁਭਾਵ ਹੈ। ਜੋ ਵੀ ਇਹ ਭੇਦ ਗਿਆਨ ਵਿੱਚ ਜੁਗਤ ਜੁੜੇ, ਉਹ ਭੇਦ ਗਿਆਨ ਦੇ ਵਿੱਚ ਜਿਹੜੇ ਜੁੜੇ, ਇੱਕ ਹੁੰਦਾ ਅਭੇਦ ਗਿਆਨ, ਇੱਕ ਭੇਦ ਗਿਆਨ, ਫਰਕ ਵਾਲਾ ਗਿਆਨ। ਇਹ ਜਿਹੜੇ ਰਾਜਸੀ, ਤਾਮਸੀ, ਸ਼ਾਂਤ ਕੀ ਸੁਭਾਅ ਵਾਲੇ ਨੇ, ਜੋ ਭੇਦ ਗਿਆਨ ਵਿੱਚ ਜੁਗਤ ਕੀ ਜੁੜੇ ਹੋਏ ਨੇ, ਉਹ ਅਲਪੱਗ ਕਹਾਉਂਦੇ ਨੇ। ਅਤੇ ਜੋ ਖਟ ਗੁਣਾ ਸਹਿਤ ਈਸ਼ਵਰ ਸਰਬੱਗ ਕਹਾਉਂਦਾ, ਉਤਪਤ ਲੈਤਾ ਪਾਲਣਾ ਅੰਤਰਜਾਮੀ ਜਾਨ, ਜੀਵ ਗਤਾਗਤ, ਇਹ ਜੀਵਾਂ ਦੇ ਜੀਵ ਗਤਾਗਤ ਕਰਮਫਲ, ਖਟ ਗੁਣ ਈਸ ਬਖਾਨ, ਇਹ ਕਲਪੇ ਹੋਏ। ਤੋ ਇਸ ਕਰਕੇ 300 ਸਰੀਰ ਰੂਪੀ ਧਰਤੀ ਦੇ ਵਿੱਚ ਕਿਤਨੇ ਰੰਗ ਢੰਗਾਂ ਦੇ ਜੀਵ, ਕਿਤਨੀ ਹੀ ਜੁਗਤ ਜੁੜੀਆਂ ਜੁਗਤੀਆਂ ਕਰਨ ਵਾਲੇ, ਜਿਵੇਂ ਕੋਈ ਉਪਾਸਨਾ ਕਰਦਾ ਹੈ, ਕੋਈ ਕਰਮ ਕਾਂਡੀ ਹੈ, ਕੋਈ ਗਿਆਨ ਕਾਂਡ ਵਿੱਚ ਸਥਿਤ ਹੈ, ਪਰ ਉਸ ਬ੍ਰਹਮ ਦੇ ਵਿੱਚ ਸਾਰੇ ਕਲਪਤ ਰੂਪ ਹਨ। ਜੇ ਜਿਨ ਕੇ ਨਾਮ ਅਨੇਕ ਅਨੰਤ, ਤਿੰਨਾਂ ਦੇ ਜੀਵਾਂ ਦੇ ਅਨੰਤ ਬੇਅੰਤੀ ਨਾਮ ਕਲਪੇ ਹੋਏ ਹਨ। ਜਿਵੇਂ ਪੁੰਨੀ, ਪਾਪੀ, ਜੋਗੀ, ਭੋਗੀ, ਸਕਾਮੀ, ਨਿਸਕਾਮੀ, ਬੈਰਾਗੀ, ਵਿਵੇਕੀ, ਗਿਆਨੀ, ਅਗਿਆਨੀ ਆਦਿ ਅਨੇਕਾਂ ਨਾਮ
ਪਰ ਇਹ ਸਾਰੀ ਬ੍ਰਹਮ ਦੇ ਵਿੱਚ ਕਲਪਤ ਜਾਣਨੇ ਜੀ। ਕਰਮੀ ਕਰਮੀ ਹੋਏ ਵਿਚਾਰ। ਹੇ ਸਿੱਧੋ, ਇਹ ਜੀਵ ਕਰਮੀ ਨਾਮ ਜੀਵ ਦਾ ਪਹਿਲਾਂ ਸੁਣਨਾ, ਦੋ ਹੈ ਨਾ ਕਰਮੀ ਕਰਮੀ। ਜੋ ਕਰਮੀ ਕੀ ਹੈ ਜੀਵ, ਤੇ ਉਹਨਾਂ ਦੇ ਉੱਤੇ ਜਦੋਂ ਸਤਿਗੁਰਾਂ ਦੀ ਕਰਮੀ ਕਿਰਪਾ ਹੁੰਦੀ ਹੈ, ਇੱਕ ਕਰਮੀ ਕਿਰਪਾ ਤੇ ਲਾਉਣੀ, ਇੱਕ ਕਰਮੀ ਸਮਝ ਵਾਸਤੇ ਜੀਵ ਜੋ ਕਰਮ ਕਰਨ ਵਾਲਾ ਹੈ। ਕਹਿੰਦੇ ਵੀ ਜਦੋਂ ਕਰਮੀ ਕਿਰਪਾ ਹੋਈ ਸਤਿਗੁਰਾਂ ਦੀ, ਤਾਂ ਬ੍ਰਹਮ ਦੀ ਵਿਚਾਰ ਅੰਦਰ ਫੁਰ ਆਉਂਦੀ ਹੈ। ਫਿਰ ਬ੍ਰਹਮ ਦੀ ਵਿਚਾਰ ਅੰਦਰੋਂ ਜਿਵੇਂ ਫੁਹਾਰਾ ਫੁੱਟਦਾ ਨਾ ਪਾਣੀ ਦਾ, ਜਲ ਦਾ, ਐਂ ਫਤੇ ਵਿਚਾਰ ਬ੍ਰਹਮ ਦੀ ਫੁਰਦੀ ਹੈ। ਸੱਚਾ ਆਪ ਸੱਚਾ ਦਰਬਾਰ। ਉੱਥੇ ਸੱਚਾ ਜੋ ਈਸ਼ਵਰ ਦਾ ਸਰੂਪ ਹੈ, ਜਿਹੜਾ ਤਤਪਦ ਦਾ ਲਖਰ ਸਰੂਪ ਮੰਨਿਆ ਗਿਆ, ਅਤੇ ਆਪ ਜਿਹੜਾ ਇਹ ਅੰਤःਕਰਨ ਸਹਿਤ ਜੀਵ ਤੋਇ ਪਦ ਹੈ, ਇਹ ਦੋਵੇਂ ਦਰਬਾਰ ਉਸ ਵਿੱਚ ਅਸਪਦ ਜੋ ਬ੍ਰਹਮ ਦਾ ਵਾਚਕ ਹੈ, ਸੱਚ ਦਾ ਸਰੂਪ ਹੈ ਨਾ, ਇਹ ਸਾਰੀ ਕਲਪਨਾ ਹੀ ਕੀਤੀ ਗਈ ਹੈ। ਕਿਉਂਕਿ ਉੱਥੇ ਆਪਣਾ ਆਪ ਹੀ ਹੈ, ਦੂਜਾ ਕਹਿਣਾ ਬਣਦਾ ਹੀ ਨਹੀਂ ਹੈ। ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ। ਇਸ ਪ੍ਰਕਾਰ ਜਿਹੜੀ ਅਵਸਥਾ ਕਥਨ ਵਿੱਚ ਨਹੀਂ ਆ ਸਕਦੀ, ਇਹ ਅਵਸਥਾ ਐਸੀ ਹੈ, ਇਹ ਅਵਸਥਾ ਨੂੰ ਕਥਨੀ ਦਾ ਵਿਸ਼ਾ ਨਹੀਂ ਬਣਾਇਆ ਜਾ ਸਕਦਾ। ਤਿਥੈ ਸੋਹਨ ਪੰਜ ਪਰਵਾਨ। ਇਸ ਅਵਸਥਾ ਵਿੱਚ ਪੰਜ ਚੇਤਨ ਦੇ ਵਿੱਚ ਸੋਹਨ ਸੋਭਦੇ ਹੋਏ ਪ੍ਰਵਾਨ ਨੀਕਨ ਕੌਣ ਪੰਜ ਜਨ, ਜਿਹੜੇ ਜੈਸਾ ਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਪਰਮੇਸ਼ਰ ਦਾ ਸਰੂਪ ਹੋ ਗਏ ਜਿਨ੍ਹਾਂ ਨੇ ਇਸ ਗਿਆਨ ਨੂੰ ਜਾਣ ਲਿਆ ਹੈ। ਨਦਰੀ ਕਰਮ ਪਵੈ ਨੀਸਾਨ। ਜਿਨ੍ਹਾਂ ਉੱਤੇ ਨਦਰੀ ਸਤਿਗੁਰੂ ਦੀ ਕਰਮ ਕਿਰਪਾ ਹੁੰਦੀ ਹੈ, ਉਹਨਾਂ ਦੇ ਤਾਂ ਹੀ ਲੱਖ ਰੂਪ ਬ੍ਰਹਮ ਦਾ ਨਿਸ਼ਾਨ ਪ੍ਰਗਟ ਹੋ ਜਾਂਦਾ ਹੈ। ਨਿਸ਼ਾਨ ਨਾਮ ਰੂਪੀ ਟੋਂਬੂ ਪਰਵਾਨਾ ਮਿਲ ਜਾਂਦਾ ਹੈ, ਪਵੈ ਪ੍ਰਾਪਤ ਹੋ ਜਾਂਦਾ ਹੈ। ਬਾਦਸ਼ਾਹ ਦੇ ਮਹਿਲਾਂ ਦੇ ਵਿੱਚ ਜਿਹੜੇ ਆਉਣ ਜਾਣ ਵਾਲੇ ਨਾ, ਉਹ ਬਾਰ-ਬਾਰ ਆਉਣਾ ਜਾਣਾ ਪੈਂਦਾ ਹੈ। ਤੇ ਹੁਣ ਬੋਲੀ ਬਦਲ ਗਈ, ਹੁਣ ਪਾਸ ਕਹਿ ਦਿੰਦੇ ਆ ਉਹਨੂੰ ਟੋਂਬੂ ਕਹਿੰਦੇ ਸੀ, ਜਿਹਨੂੰ ਹੁਣ ਪਾਸ ਕਹਿੰਦੇ। ਜਿਹਦੇ ਕੋਲ ਪਾਸ ਹੋਵੇ ਉਹਨੂੰ ਸਿਪਾਹੀ ਰੋਕਦੇ ਨਹੀਂ ਹੈ ਵੀ ਤੂੰ ਜਾ ਨਹੀਂ ਸਕਦਾ, ਉਹ ਕਹਿੰਦਾ ਵੀ ਆਹ ਮੇਰੇ ਕੋਲ ਪਾਸ ਹੈ। ਜਿਹਦੇ ਕੋਲ ਨਾਮ ਦਾ ਟੋਂਬੂ ਹੈ, ਨਾਮ ਦਾ ਪਾਸ ਹੈ, ਰੇਰੇ ਦਰਗਾਹ ਕਹੇ ਨਾ ਕੋਈ, ਫਿਰ ਉਹਨੂੰ ਰੋਕ ਨਹੀਂ ਸਕਦੇ। ਜਮਦੂਤ ਨਹੀਂ ਰੋਕ ਸਕਦੇ, ਧਰਮਰਾਜ ਨਹੀਂ ਰੋਕ ਸਕਦਾ। ਜਮਦੂਤਾਂ ਦਾ ਕੀ ਰੋਕਣਾ, ਧਰਮਰਾਜ ਨਹੀਂ ਰੋਕ ਸਕਦਾ। ਇਹ ਨਿਸ਼ਾਨ ਪ੍ਰਭੂ ਨੂੰ ਪਰਵਾਨਾ ਜਿਹੜਾ ਟੋਂਬੂ ਪ੍ਰਾਪਤ ਹੋ ਜਾਂਦਾ ਹੈ, ਇਹ ਦਰਗਾਹ ਦਾ ਪਾਸ ਹੈ, ਪ੍ਰਾਪਤ ਹੋ ਜਾਂਦਾ ਹੈ। ਕੱਚ ਪਕਾਈ ਉਥੈ ਪਾਏ। ਕਹਿੰਦੇ ਕੱਚ ਪਕਾਈ ਉੱਥੇ ਪਾਏ। ਜਿਹੜੇ ਕੱਚ ਕੱਚੇ ਵਿਸ਼ੇ ਹਨ, ਕੱਚ ਕੀ ਹੈ, ਕੱਚੇ ਵਿਸ਼ੇ, ਮਾਇਆ ਪਦਾਰਥ, ਕੱਚੇ ਸਾਧਨ, ਉਹਨਾਂ ਦੀ ਪ੍ਰਾਪਤੀ ਕਰਨ ਵਾਲੇ ਸਾਧਨ ਵੀ ਤਾਂ ਕੱਚੇ ਹੀ ਨੇ। ਜੇ ਵਿਸ਼ੇ ਕੱਚੇ ਨੇ, ਵਿਸ਼ਿਆਂ ਦੀ ਪ੍ਰਾਪਤੀ ਦੇ ਸਾਧਨ ਵੀ ਕੱਚੇ ਨੇ। ਉਹਨਾਂ ਦੀ ਜੋ ਨਿਸ਼ਕਾਮ ਕਰਮ ਕਰਕੇ ਪਕਿਆਈ ਕੀਤੀ ਜਾਂਦੀ ਹੈ, ਉੱਥੇ ਉਸ ਅਵਸਥਾ ਵਿੱਚ ਉਹ ਪਾਏ ਪ੍ਰਾਪਤ ਹੋ ਜਾਂਦੀ ਹੈ। ਉੱਥੇ ਸਰੂਪ ਦੀ ਪਕਿਆਈ ਹੋ ਜਾਂਦੀ ਹੈ। ਕੱਚੀਆਂ ਭੂਮਿਕਾਵਾਂ ਜਿਹੜੀਆਂ ਪਹਿਲੀਆਂ ਤਿੰਨ, ਸੁਵਿਚਾ ਸੁਵਿਚਾਰਨਾ ਤੁਨੂੰ ਮਨਸਾ, ਤੇ ਪਕਾਈ ਪੱਕੀਆਂ ਭੂਮਿਕਾਵਾਂ ਮਗਰਲੀਆਂ ਚਾਰ, ਸਤੂ ਉਪਾਦਕ ਅਸੰਸਗਤ ਪਦਾਰਥ ਭਾਵਨੀ ਤੁਰਿਆ, ਇਹ ਚਾਰ ਉਹਦੇ ਚ ਕਲਪਤ ਰੂਪ ਕਰਕੇ ਪਾਈਆਂ ਜਾਂਦੀਆਂ। 7 ਭੂਮਿਕਾਵਾਂ ਜਿਹੜੀਆਂ ਜੀਵ ਦੇ ਅੰਦਰ ਚਿਦਾਭਾਸ ਦੀਆਂ, ਬਖੇਪ, ਅਵਰਨ, ਪ੍ਰੋਖ, ਅਪਰੋਖ, ਅੰਤःਕਰਨ, ਅਤਸੋਕ, ਭ੍ਰਾਂਤੀ, ਇਹ ਸਾਰੀਆਂ ਕਲਪੀਆਂ ਉੱਥੇ ਸਰੂਪ ਦੇ ਵਿੱਚ ਇਹਦੀ ਪਕਿਆਈ ਹੋ ਜਾਂਦੀ ਹੈ। ਨਾਨਕ ਗਿਆ ਜਾਪੈ ਜਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਸਿੱਧਾਂ ਨੂੰ ਫਰਮਾਨ ਕਰਦੇ ਨੇ, ਕਹਿੰਦੇ ਉਸ ਥਾਂ ਤੇ, ਜਿਸ ਥਾਂ ਉੱਥੇ ਪਹੁੰਚ ਕੇ, ਕਹਿੰਦੇ ਸਿੱਧੋ, ਕਹਿੰਦੇ ਉੱਥੇ ਪਹੁੰਚ ਹੋ ਜਾਂਦੀ ਹੈ ਜਿਸ ਵੇਲੇ, ਤੇ ਉਹ ਉਦੋਂ ਫਿਰ ਗਿਆ ਜਾਂਦਾ ਹੈ, ਤਾਂ ਉਹ ਸਰੂਪ ਦੀ ਜਾਏ ਜਗ੍ਹਾ ਨੂੰ ਜਾਪੇ ਜਾਣ ਲੈਂਦਾ ਹੈ। ਉਹ ਸਭ ਕੁਝ ਮਿਥਿਆ ਪ੍ਰਤੀਤ ਹੁੰਦਾ, ਫਿਰ ਵੀ ਤਾਂ ਕੁਝ ਨਹੀਂ ਹੈ ਬਾਕੀ, ਤਾਂ ਉਹਨੂੰ ਨਿਸ਼ਚਾ ਹੋ ਜਾਂਦਾ ਹੈ। ਕੀ ਨਿਸ਼ਚਾ ਹੋ ਜਾਂਦਾ ਹੈ? ਇਹੋ ਜਗ ਧੂਏ ਕਾ ਪਹਾੜ, ਤੈਂ ਸਾਚਾ ਮਾਨਿਆ ਕਹੇ ਵਿਚਾਰ। ਇਹ ਨਿਸ਼ਚਾ ਹੋ ਜਾਂਦਾ ਹੈ ਸਤਸੰਗ ਕਰਦੇ ਕਰ, ਵੀ ਧੂਏ ਦੇ ਬੱਦਲ ਨੂੰ ਕਿਵੇਂ ਤਾਂ ਅਸਲੀ ਬੱਦਲ ਮੰਨ ਲਿਆ, ਇਹ ਝੂਠੇ ਸੰਸਾਰ ਨੂੰ ਕਿਵੇਂ ਤਾਂ ਸੱਚਾ ਮੰਨ ਲਿਆ, ਰੱਬ ਵਰਗਾ ਨਾਸਮਾਨ ਹੈ। ਜੇ ਦੇਹੀ ਸੱਚੀ ਹੈ, ਪਹਿਲਾਂ ਤੂੰ ਆਪਣੀ ਸ਼ਕਲ ਦੇਖ, ਵੀ ਨਿਆਣਾ ਹੁੰਦਾ ਹੈ ਜੇ ਸੀ ਤੂੰ, ਜਾਂ ਫਿਰ ਬੁਢਾਪੇ ਵਿੱਚ ਦੇਖ ਲਈ, ਜੁਰੜੀਆਂ ਪੈਣ ਲੱਗ ਜਾਂਦੀਆਂ ਨੇ ਸਾਰੇ ਸਰੀਰ ਦੇ ਵਿੱਚ, ਜਿਵੇਂ ਸੁੱਕੀ ਹੋਈ ਮੂਲੀ ਦੀ ਹਾਲਤ ਹੁੰਦੀ ਹੈ, ਐ ਸਰੀਰਾਂ ਦੀ ਹਾਲਤ ਹੋ ਜਾਂਦੀ ਹੈ।
ਫਿਰ ਇਹ ਭਾਈ ਸੱਚੀ ਕਿਵੇਂ ਦੇ? ਇਹ ਤਾਂ ਕਰਮ ਕਰਨ ਵਾਸਤੇ ਧਰਤੀ ਮਿਲੀ ਹੈ, ਇਹਨੂੰ ਬਾਹੋ ਬੀਜੋ ਤਕੜੇ ਹੋ ਕੇ। ਹੈ ਨਹੀਂ ਕੁਛ ਵੀ ਇਹ ਤਾਂ ਮੈਂ ਸੁਪਨੇ ਦੀ ਖੇਡ ਹੈ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਇਹ ਉਹਦੇ ਵਰਗਾ ਹੀ ਹੈ। ਇਸ ਪ੍ਰਕਾਰ ਫਿਰ ਉਹ ਜਾਣ ਲੈਂਦਾ ਕਿ ਵਾਹਿਗੁਰੂ ਤੋਂ ਬਿਨਾਂ ਸਾਰਾ ਪਸਾਰਾ ਹੀ ਮਿਥਿਆ ਹੈ। ਇੱਥੋਂ ਤੱਕ ਹੁਣ ਸਮਝੋ ਧਰਮਖੰਡ ਜਿਹੜਾ ਧਰਮਖੰਡੀ ਸਤਸੰਗੀ ਦੀ ਅਵਸਥਾ, ਤਨੂ ਮਾਨਸਾ ਭੂਮਿਕਾ, ਕਰਮਕਾਂਡ ਦਾ ਨਾਲ ਕਥਨ ਕੀਤਾ ਗਿਆ। ਇਹ ਤਿੰਨ ਚੀਜ਼ਾਂ ਇਕੱਠੀਆਂ ਕਥਨ ਕੀਤੀਆਂ। ਜੀਵ ਦੀ ਪਹਿਲੀ ਅਵਸਥਾ ਜਿਹੜੀ ਹੈ ਉਹ ਇਸ ਤਰ੍ਹਾਂ ਪੰਜਾਂ ਅਸਥਾਵਾਂ ਭਾਵ ਜਿਹੜੇ ਪੰਜ ਖੰਡ ਨੇ। ਧਰਮਖੰਡ ਪਹਿਲਾ, ਗਿਆਨਖੰਡ, ਸਰਮਖੰਡ, ਕਰਮਖੰਡ, ਸੱਚਖੰਡ। 34ਵੀਂ ਪੌੜੀ ਤੋਂ ਲੈ ਕੇ 37ਵੀਂ ਪੌੜੀ ਤੱਕ ਇਹਦਾ ਹੀ ਕਥਨ ਹੈ ਲੜੀਵਾਰ। ਇਹ ਹੁਣ ਜਿਹੜੀ ਮੈਂ ਇਹ ਮਹਾਰਾਜ ਦੀ ਖੇਡ ਹੈ ਭਾਈ, ਵੀ ਜਿਵੇਂ 7 ਪੌੜੀਆਂ ਦੇ ਵਿੱਚ ਗੂੜਤਾ ਹੀ ਕੀਤੀ ਸੀ, ਹੁਣ ਇਹ ਮਿਜਲੀਆਂ ਜਿਹੜੀਆਂ 7 ਪੌੜੀਆਂ ਇਹਦੇ ਵਿੱਚ ਵੀ ਕੁਛ ਗੂੜਤਾ ਹੀ ਪਹਿਲਾਂ ਜੰਨੀ ਨਹੀਂ ਹੋਊਗੀ, ਪਰ ਫਿਰ ਵੀ ਸੌਖਾ ਨਹੀਂ। ਫਿਰ ਜਤ ਪਹਾਰਾ ਧੀਰ ਸੁਨਿਆਰ ਤੇ ਪਵਨ ਗੁਰੂ ਪਾਣੀ ਪੀਤਾ, ਅੰਤਰੀਵ ਅਰਥਾਂ ਵਿੱਚ ਔਖਾ ਲੱਗੂ। ਪਰ ਇੱਥੋਂ ਫਿਰ ਥੋੜਾ ਜਿਹਾ ਇਹ ਤਰਾਹੇ ਪਤ ਪਵੜੀਆਂ ਚੜੀਆਂ ਹੋਇਆ ਕਿ ਗਿਆਨ ਦੀਆਂ ਭੂਮਿਕਾ ਸੌਖੀਆਂ ਨਹੀਂ ਸਮਝਣੀਆਂ। ਇਸ ਪ੍ਰਕਾਰ ਫਿਰ ਇਹ ਸਾਰਾ ਕਥਨ ਕੀਤਾ ਹੈ। ਇਹ ਜਿਹੜੀ 34ਵੀਂ ਪੌੜੀ ਜਿਸ ਦੀ ਵਿਚਾਰ ਆਪਾਂ ਰਲ ਮਿਲ ਕੇ ਸਤਿਗੁਰਾਂ ਦੇ ਹੁਕਮ ਵਿੱਚ ਕੀਤੀ ਹੈ, ਜੋ ਮਹਾਰਾਜ ਨੇ ਕਰਵਾਈ ਹੈ। ਤੁਹਾਨੂੰ ਸੁਣਨ ਦੀ ਸੱਤਾ ਦਿੱਤੀ, ਸੁਣਾਉਣ ਦੀ ਸੱਤਾ, ਮੈਂ ਸੁਣਾਉਣ ਦੀ ਸੱਤਾ ਦਿੱਤੀ, ਬੋਲਣ ਵਾਲੇ ਨੂੰ ਬੋਲਣ ਦੀ ਸੱਤਾ ਦਿੱਤੀ। ਪਰ ਵਾਹਿਗੁਰੂ ਦੀ ਖੇਡ ਹੈ ਸਾਰੀ, ਆਪਾਂ ਕੁਛ ਨਹੀਂ ਹੈ। ਇਹ ਮਿੱਟੀ ਹੈ, ਤਾਂ ਸੁਆਹ ਵੀ ਉੱਡ ਜਾਣੀ ਹੈ, ਉਹਦਾ ਵੀ ਨਹੀਂ ਪਤਾ ਲੱਗਣਾ ਕਿੱਧਰ ਨੂੰ ਗਈ। ਇਸ ਕਰਕੇ ਇਸ ਪੌੜੀ 'ਚ ਧਰਮਖੰਡੀਆਂ ਸਤਸੰਗੀਆਂ ਦੀ ਇੱਕ ਤਾਂ ਅਵਸਥਾ ਕਥਨ ਕੀਤੀ ਹੈ। ਨਿਧਿਆਸਣ ਦੀ ਤੀਜੀ ਭੂਮਿਕਾ ਤਨੂ ਮਾਨਸਾ ਕਥਨ ਕੀਤੀ ਹੈ ਨਿਧਿਆਸਣ ਦੀ। ਹੁਣ ਅੱਗੇ ਦੱਸਿਆ ਵੀ ਜਿਹੜੇ ਕਰਮਕਾਂਡੀ ਲੋਕ ਸੀ, ਕੋਈ ਰਾਤ ਨੂੰ ਕਰਮ ਕਰਦਾ ਹੈ, ਕੋਈ ਰੁੱਤਾਂ ਵਿੱਚ ਕਰਦਾ ਹੈ, ਕੋਈ ਥਿੱਤਾਂ ਵਿੱਚ ਕਰਦਾ ਹੈ, ਕੋਈ 12 ਵਿੱਚ ਕਰਦਾ ਹੈ, ਕੋਈ ਬੁੱਧਵਾਰ ਆਦਿ ਦਿਨਾਂ ਨੂੰ ਕਰਮ ਕਰਦੇ ਆ, ਚੰਗੇ ਸਮਝਦੇ ਆ। ਕੋਈ ਪਵਨ ਹਵਾ ਦੇ ਰੁੱਖ ਨੂੰ ਦੇਖ ਕੇ ਸਾਧਨ ਕਰਦਾ ਹੈ, ਕੋਈ ਪਾਣੀ ਵਿੱਚ ਕਰਦਾ ਹੈ, ਕੋਈ ਧੂਣੀਆਂ ਤਾਪਦਾ ਹੈ, ਪਤਾਲ ਵਿੱਚ ਕਰਮ ਕਰਦੇ। ਇਹਨਾਂ ਤੱਤਾਂ ਵਿੱਚ ਧਰਮ ਦੀ ਸਾਲ ਜਗ੍ਹਾ ਧਰਤੀ ਸਾਜ ਕੇ ਰੱਖੀ ਹੋਈ ਹੈ। ਇਹ ਧਰਤੀ ਅਨੇਕਾਂ ਜੁਗਤੀਆਂ ਦੇ ਅਨੇਕਾਂ ਰੰਗਾਂ ਵਾਲੇ ਜੀਵ ਪੈਦਾ ਕੀਤੇ ਨੇ, ਅਨੇਕਾਂ ਹੀ ਅੰਤ ਤੋਂ ਰਹਿਤ ਉਹਨਾਂ ਦੇ ਵੱਖਰੇ ਵੱਖਰੇ ਨਾਮ ਹਨ। ਜੀਵਾਂ ਦੇ ਕਰਮਾਂ ਅਨੁਸਾਰ ਉੱਥੇ ਵਿਚਾਰ ਹੋਏਗੀ। ਉਹ ਆਪ ਹੀ ਸੱਚਾ ਹੈ ਤੇ ਉਹਦਾ ਦਰਬਾਰ ਸੱਚਖੰਡ ਵੀ ਸੱਚਾ ਹੈ। ਉੱਥੇ ਪੰਜ ਮਹਾਤਮਾ ਸੋਭਨੀਕ ਹੋਣਗੇ। ਪਰਮਾਤਮਾ ਦੀ ਕਿਰਪਾ ਕਰਕੇ ਸੰਸਾਰ ਵਿੱਚ ਸੰਤਾਂ ਮਹਾਤਮਾ ਦਾ ਨਿਸ਼ਾਨ ਪ੍ਰਗਟਤਾ ਹੁੰਦੀ ਹੈ। ਉੱਥੇ ਸੰਤਾਂ ਦੀ ਸੰਗਤ ਵਿੱਚ ਵਿਸ਼ੇ ਆਨੰਦੀ ਵਾਲੇ ਪੁਰਸ਼ਾਂ ਦੀ ਕਚਿਆਈ, ਭਜਨਾ ਆਨੰਦੀ ਪੁਰਸ਼ਾਂ ਦੀ ਪਕਿਆਈ ਜਾਣੀ ਜਾਂਦੀ ਹੈ। ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ ਕਿ ਜਦੋਂ ਜੀਵ ਪਰਲੋਕ ਵਿੱਚ ਜਾਂਦਾ ਹੈ ਤਾਂ ਉੱਥੇ ਉਸ ਦੀ ਕਚਿਆਈ ਤੇ ਪਕਿਆਈ ਜਾਣੀ ਜਾਂਦੀ ਹੈ। ਉੱਥੇ ਕਿਸੇ ਦੀ ਗਵਾਹੀ ਦੀ ਲੋੜ ਨਹੀਂ ਪੈਂਦੀ। ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰਜਾਮੀ ਜਾਣੈ, ਪਰਮੇਸ਼ਰ ਸਭ ਕੁਝ ਜਾਣਦਾ ਹੈ। ਤੋ ਇਸ ਕਰਕੇ ਇਹ ਸਮਝ ਕੇ ਕਿ ਮੈਨੂੰ ਕਿਹੜਾ ਕੋਈ ਦੇਖਦਾ। ਚੋਰ ਚੋਰੀ ਉਦੋਂ ਹੀ ਕਰਦਾ ਜਦੋਂ ਕਹਿੰਦਾ ਵੀ ਮੈਨੂੰ ਕਿਹੜਾ ਦੇਖਦਾ ਕੋਈ, ਪਰ ਪਤਾ ਉਦੋਂ ਲੱਗਦਾ ਜਦੋਂ ਹੱਥਕੜੀ ਲੱਗ ਜਾਂਦੀ ਹੈ। ਇਹ ਆਪਣੇ ਨਾਲ ਇੱਕ ਨਹੀਂ ਹੋਣਾ ਜੇ ਆਪਾਂ ਨਾ ਹਟੇ ਮਾੜੇ ਕੰਮਾਂ ਤੋਂ। ਪਤਾ ਉਦੋਂ ਹੀ ਲੱਗਣਾ ਜੀ ਜਮਦੂਤਾਂ ਨੇ ਆ ਕੇ ਹੱਥਕੜੀ ਲਾ ਲਈ। ਪਾਪ ਕਰਿੰਦਰ ਸਰ ਪਰ ਮੁੱਠੇ, ਅਜਰਾਇਲ ਫੜੇ ਫੜ ਕੁੱਠੇ, ਦੋਜਕ ਪਿਆ ਸਿਰਜਣਾ, ਲੇਖਾ ਮੰਗੇ ਪਾਣੀਆਂ। ਤੇ ਹੁਣ ਮੌਕਾ ਹੈ ਸੁਧਰਨ ਦਾ। ਤਕੜੇ ਹੋ ਕੇ ਗੁਰਮਤ ਦਾ ਗਿਆਨ ਵੀ ਪ੍ਰਾਪਤ ਕਰੋ, ਗੁਰਮਤ ਨੂੰ ਦ੍ਰਿੜ ਕਰੋ, ਰਹਿਤ ਪਹਿਤ ਰੱਖੋ ਤੇ ਪੰਜੇ ਕਕਾਰਾਂ ਦੀ ਪੂਰੀ। ਜੇ ਜਿੰਨਾ ਕਕਾਰਾਂ ਨਾਲ ਪਿਆਰ ਕਰੇ, ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੋਏਗੀ ਸਾਡੇ ਤੇ। ਜੋ ਗੁਰੂ ਨਾਨਕ ਦੀ ਬਾਣੀ ਪੜਾਂਗੇ, ਅਰਥਾਂ ਨੂੰ ਵਿਚਾਰਾਂਗੇ, ਗੁਰੂ ਨਾਨਕ ਦੀ ਕਿਰਪਾ ਹੋਏਗੀ ਉੱਥੇ। ਤੋ ਇਸ ਕਰਕੇ ਸਮਾਂ ਜ਼ਿੰਦਗੀ ਦਾ ਮਿਲਿਆ। ਕਰਮ ਭੂਮੇ ਬੋਧੋ ਨਾਨ, ਸਰੀਰ ਕਰਮ ਭੂਮੀ ਹੈ, ਭਾਰਤ ਖੰਡ ਕਰਮ ਭੂਮੀ ਹੈ। ਕਿੱਡੇ ਚੰਗੇ ਕਰਮ। ਸਾਰੀ ਦੁਨੀਆ 'ਚ ਭਾਰਤ ਖੰਡ ਵਰਗਾ ਖੰਡ ਕੋਈ ਨਹੀਂ। ਸਾਰੇ ਭਾਰਤ ਵਿੱਚ ਪੰਜਾਬ ਵਰਗੀ ਧਰਤੀ ਕੋਈ ਨਹੀਂ ਹੈ। ਅਸੀਂ ਇੱਥੇ ਜੰਮੇ ਪਲੇ ਤੇ ਫਿਰ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਨਾ ਕਰੀਏ ਤੇ ਨਾਮ ਨਾ ਜਪੀਏ, ਫਿਰ ਐਦੋਂ ਮਾੜੇ ਕਰਮ ਵਾਲਾ ਕੌਣ ਹੋਊਗਾ ਸਾਤੋਂ ਬਿਨਾਂ। ਮੁੜ ਕੇ ਉਸੇ ਚੱਕਰ 'ਚ ਪੈ ਜਾਈਏ। ਟੇਢੀਆਂ ਪੀਂਘਾਂ ਜੁਨਾ ਜਿੱਥੋਂ ਅਸੀਂ ਚੱਲ ਕੇ ਆਏ ਹਾਂ। ਤੋ ਗੁਰੂ ਕਿਰਪਾ ਕਰੇ। ਮਹਾਰਾਜ ਸਾਹਿਬ ਜੀ ਨੇ ਇਸ ਪੌੜੀ ਦੇ 120 ਅੱਖਰਾਂ ਦੇ ਵਿੱਚ ਬ੍ਰਹਮ ਗਿਆਨ ਕਥਨ ਕੀਤਾ ਹੈ। 30 ਅਰਥ ਸਨ ਇਸ ਦੇ। ਇਹਦੀ ਵਿਚਾਰ ਹੋਈ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਕਰਨ। ਆਓ ਹੁਣ ਇੱਥੇ ਸਮਾਪਤੀ ਹੈ। ਕੱਚ ਪਕਾਈ ਉਥੈ ਪਾਏ, ਨਾਨਕ ਗਾਇਆ ਜਾਪੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।